ਹੈਲੋ एवरीवन। ਅੱਜ ਅਸੀਂ ਆਪਾਂ ਐਜੂਕੇਸ਼ਨ ਪੋਲਿਸੀਜ਼ ਦਾ ਲੈਕਚਰ 6ਵਾਂ ਦੇਖਾਂਗੇ। ਇਸ ਵਿੱਚ ਜਿਹੜਾ ਆਪਣਾ ਜਿਹੜਾ ਟੌਪਿਕ ਹੈਗਾ ਪੈਡਾਗੋਗੀਸ਼ੀਅਲ ਅਪਰੋਚਿਸ ਫॉर ਕਰਿਕੂਲਮ ਟ੍ਰਾਂਜੈਕਸ਼ਨਸ। ਦੈਨ ਕਿਆ ਅਪਰੋਚਿਸ ਰਹਿਣਗੇ ਜੋ ਤੁਹਾਨੂੰ ਆਪਣੇ ਪ੍ਰੀ ਸਕੂਲ ਕਰਿਕੂਲਮ ਪੜ੍ਹਿਆ ਉਹ ਆਪਣੇ ਬੱਚਿਆਂ ਤੱਕ ਪਹੁੰਚਾਉਣਾ ਹੈ। ਉਹਦੀ ਜਿਹੜੀ ਟ੍ਰਾਂਜੈਕਸ਼ਨ ਹੈ, ਠੀਕ ਹੈ, ਇੱਕ ਹੁੰਦੀ ਹੈ ਕਿ ਆਪਾਂ ਨੇ ਜੋ ਲਿਖਿਆ ਉਹੀ ਕਰਾਤਾ ਜੀ। ਐਸਾ ਕਦੀ ਪ੍ਰੀ ਸਕੂਲਿੰਗ 'ਚ ਤੁਹਾਨੂੰ ਕਦੀ ਦੇਖਿਆ? ਦੈਨ ਤੁਸੀਂ ਆਂਗਨਵਾੜੀ ਗਏ ਹੋਣੇ, ਉਸ ਵਿੱਚ ਐਜੂਕੇਸ਼ਨ ਨਾਲ ਰਿਲੇਟਡ ਵੀ ਗੱਲ ਹੁੰਦੀ ਹੈ, ਕਮਿਊਨਿਟੀ ਨਾਲ ਰਿਲੇਟਡ ਵੀ ਗੱਲ ਹੁੰਦੀ ਹੈ, ਪੇਰੈਂਟਸ ਵੱਲੋਂ ਸਮਝਾਈਆਂ ਹੋਈਆਂ ਗੱਲਾਂ ਵੀ ਹੁੰਦੀਆਂ, ਉੱਥੇ ਬੈਠੇ ਟੀਚਰਸ ਦੀ ਸਮਝਾਈ ਵਾਲੀ ਗੱਲਾਂ ਵੀ ਹੁੰਦੀਆਂ। ਦੈਨ ਜਿਸ ਵਿੱਚ ਬੜਾ ਕੁਛ ਆ ਜਾਂਦਾ। ਸਾਰੇ ਟਾਈਮ ਤਾਂ ਤੁਸੀਂ ਪੜ੍ਹਦੇ ਹੁੰਦੇ, ਤੁਸੀਂ ਕਦੀ ਆਂਗਨਵਾੜੀ ਗਏ ਹੋਣੇ, ਦੈਨ ਆਪ ਤੁਹਾਡਾ ਐਕਸਪੀਰੀਅੰਸ ਰਿਹਾ ਹੋਣਾ। ਉਸ ਵਿੱਚ ਐਸਾ ਤਾਂ ਨਹੀਂ ਹੈ ਕਿ ਹਰੇਕ ਜਿਹੜੀ ਸਕਿੱਲ ਜੋ ਲਿਖੀ ਗਈ ਹੈ ਉਸ ਤਰੀਕੇ ਨਾਲ ਉਹ ਕਰਾਤੀ। ਦੈਨ ਮਤਲਬ ਉਸਨੂੰ ਜ਼ਿਆਦਾ ਵੱਡਾ ਕੀਤਾ ਜਾਂਦਾ, ਮਤਲਬ ਕਿ ਉਹਨੂੰ ਬਰੋਡ ਕੀਤਾ ਜਾਂਦਾ ਕਿ ਉਸ ਵਿੱਚ ਜੋ ਪੜ੍ਹਾਉਣਾ ਹੈ, ਯਾਨੀ ਕਿ ABCD ਜੋ ਵੀ ਪੜ੍ਹਾਉਣਾ, ਆਪਣੇ ਨਾਮ ਬਣਾਉਣਾ ਹੈ, ਕੁਛ ਵੀ ਕਰਨਾ, ਉਸਦੇ ਨਾਲ ਆਪਾਂ ਨੇ ਕਮਿਊਨਿਟੀ ਨੂੰ ਵੀ ਨਾਲ ਜੋੜ ਦੇਣਾ, ਕਮਿਊਨਿਟੀ ਨੂੰ ਨਾਲ ਜੋੜ ਦੇਣਾ। ਦੈਨ ਅਤੇ ਉਸਦੇ ਨਾਲ ਆਪਾਂ ਨੇ ਆਸੇ ਪਾਸੇ ਦੇ ਇਨਵਾਇਰਮੈਂਟ ਨੂੰ ਵੀ ਨਾਲ ਜੋੜ ਦੇਣਾ। ਦੈਨ ਤਾਂ ਉਸ ਕਰਿਕੂਲਮ ਟ੍ਰਾਂਜੈਕਸ਼ਨ ਨੂੰ ਅੱਜ ਦਾ ਜਿਹੜਾ ਮੋਡਰਨ ਮਤਲਬ ਸਮਾਂ ਉਸ ਵਿੱਚ ਉਸਨੂੰ ਕਿਸ ਤਰ੍ਹਾਂ ਆਪਾਂ ਟ੍ਰਾਂਜੈਕਟ ਕਰਨਾ। ਦੈਨ ਕਿਆ ਅਪਰੋਚਿਸ ਰਹਿ ਸਕਦੇ ਆ। ਦੈਨ ਪਹਿਲੇ ਇੰਟਰੋਡਕਸ਼ਨ ਪੜ੍ਹਦੇ ਕਹਿੰਦੇ ਪਹਿਲੇ ਸਾਲਾਂ ਵਿੱਚ ਦੇਖਿਆ ਅਰਲੀ ਈਅਰਸ ਐਜੂਕੇਸ਼ਨ ਪ੍ਰੋਗਰਾਮ ਇਟ ਟ੍ਰਾਂਜੈਕਟਿਡ ਇਨ ਚਾਈਲਡ ਸੈਂਟਰਿਕ ਮੈਨਰ। ਬੱਚੇ ਨੂੰ ਸੋਚ ਕੇ ਸਾਰਾ ਕੁਝ ਟ੍ਰਾਂਜੈਕਟ ਕੀਤਾ ਜਾਂਦਾ ਸੀ। ਉਸ ਵਿੱਚ ਆਪਾਂ ਹੋਲਿਸਟਿਕ ਅਪਰੋਚ ਸਮਝਦੇ ਸੀ। ਜਿਵੇਂ ਆਂਗਨਵਾੜੀ ਤੁਹਾਨੂੰ ਦੇਖਿਆ ਹੀ ਹੋਣਾ। ਦੈਨ ਚਿਲਡਰਨ ਦੀ ਲਰਨਿੰਗ ਹੈ ਉਹ ਲਿਮਟਿਡ ਨਹੀਂ ਰਹਿੰਦੀ ਸੀ ਕਿ ਜੋ ਟੀਚਰ ਨੇ ਟ੍ਰਾਂਜੈਕਟ ਕਰਤਾ ਕਲਾਸਰੂਮ 'ਚ, ਉਦੋਂ ਉੱਥੇ ਤੱਕ ਲਿਮਟਿਡ ਨਹੀਂ ਰਹਿੰਦੀ ਸੀ। ਉਸ ਵਿੱਚ ਜਿਹੜੀ ਇਨਵਾਇਰਮੈਂਟ ਹੈ, ਉਸ ਵਿੱਚ ਜਿਹੜੀ ਕੋ-ਕ੍ਰੀਏਟਿਡ ਹੈ, ਦੈਨ ਨਾਲ ਜਿਸ ਨਾਲ ਬੱਚੇ ਨੂੰ ਮਤਲਬ ਕਿ ਉਸਦੀ ਜਿਹੜੀ ਗਤੀਵਿਧੀਆਂ ਜੋ ਵੀ ਉਹ ਬੱਚਾ ਸਿੱਖ ਰਿਹਾ, ਇਕੱਲਾ ਟੀਚਰ ਤੋਂ ਨਹੀਂ ਸਿੱਖ ਰਿਹਾ, ਟੀਚਰ ਦੀ ਟ੍ਰਾਂਜੈਕਸ਼ਨ ਤੋਂ ਨਹੀਂ ਸਿੱਖ ਰਿਹਾ, ਟੀਚਰ ਦੇ ਸਮਝਾਈ ਚੀਜ਼ਾਂ ਤੋਂ ਨਹੀਂ ਇਕੱਲਾ ਕਲਾਸਰੂਮ 'ਚ ਸਿੱਖ ਰਿਹਾ। ਉਸ ਤੋਂ ਇਲਾਵਾ ਵੀ ਬੱਚਾ ਨੈਚੁਰਲ ਚੀਜ਼ਾਂ ਤੋਂ ਵੀ ਸਿੱਖ ਰਿਹਾ, ਸੋਸ਼ਲ ਇਨਵਾਇਰਮੈਂਟ ਤੋਂ ਵੀ ਸਿੱਖ ਰਿਹਾ, ਆਪਣੇ ਘਰ ਤੋਂ ਵੀ ਸਿੱਖ ਰਿਹਾ, ਆਪਣੀ ਕਮਿਊਨਿਟੀ ਤੋਂ ਵੀ ਸਿੱਖ ਰਿਹਾ। ਇਹਨਾਂ ਸਾਰਿਆਂ ਨੂੰ ਮਿਲ ਕੇ ਉਸਦੀ ਜਿਹੜੀ ਹੈ ਮਤਲਬ ਉਸਦੀ ਡਿਵੈਲਪਮੈਂਟ ਹੁੰਦੀ ਸੀ ਨਾ। ਤੁਸੀਂ ਕਦੀ ਆਂਗਨਵਾੜੀ ਗਏ ਹੋਣੇ, ਤੁਸੀਂ ਆਪ ਦੇਖਿਆ ਹੋਣਾ, ਉੱਥੇ ਤੁਹਾਨੂੰ 8 ਘੰਟੇ ਜਿਵੇਂ ਸਕੂਲਾਂ 'ਚ ਪੜ੍ਹਾਇਆ ਜਾਂਦਾ ਸੀ। ਉਹ ਸਰ ਵਿੱਚ ਤੁਹਾਨੂੰ ਬ੍ਰੇਕ ਦਿੱਤੀ ਜਾਂਦੀ ਸੀ, ਤੁਹਾਡਾ ਟਾਈਮ ਪਾਸ ਕਰਨ ਤੁਹਾਨੂੰ ਗਾਣੇ ਸੁਣਾਏ ਜਾਂਦੇ ਸੀ, ਟਾਈਮ ਪਾਸ ਕਰਨ ਤੁਹਾਡੇ ਨੇਮ ਬੋਲਿਆ ਜਾਂਦਾ ਸੀ। ਮਤਲਬ ਇੱਕ ਜਿਹੜਾ ਬੱਚੇ ਦੀ ਜਿਹੜੀ ਆਂਗਨਵਾੜੀ ਜਿਹੜਾ ਪ੍ਰੋਸੈਸ ਹੈ ਉਸ ਵਿੱਚ ਕਦੀ ਵੀ ਤੁਸੀਂ ਦੇਖੋਗੇ ਕੋਈ ਇੱਕ ਟੀਚਰ ਨੇ ਜੋ ਕਰਾਤਾ ਉਹ ਚੀਜ਼ ਨਹੀਂ ਹੁੰਦੀ। ਉਸ ਤੋਂ ਇਲਾਵਾ ਵੀ ਬੜੀ ਚੀਜ਼ ਹੁੰਦੀ ਹੈ। ਜਦੋਂ ਬੱਚਾ ਘਰ ਆਉਂਦਾ, ਜਿਵੇਂ ਸਪੋਜ਼ ਕਰੋ ਬੱਚਾ ਗਿਆ 9 ਵਜੇ ਆਂਗਨਵਾੜੀ, ਤਾਂ 12 ਵਜੇ ਆ ਗਿਆ, 11 ਵਜੇ ਆ ਗਿਆ। ਘਰ ਆ ਕੇ ਬੱਚੇ ਨਾਲ ਜਿਹੜਾ ਖੇਡਣਾ, ਬੱਚੇ ਨਾਲ ਜਿਹੜੀ ਅਪਰੋਚ ਹੈ ਪੇਰੈਂਟਸ ਦੀ ਜਾਂ ਕਿਸੇ ਆਸੇ ਪਾਸੇ ਰਹਿੰਦੇ ਲੋਕਾਂ ਦੀ ਜਿਹੜੀ ਅਪਰੋਚ ਹੈ, ਉਹ ਕਈ ਬੱਚਿਆਂ ਨੂੰ ਕਿਸੇ ਨੂੰ ਮਤਲਬ ਰਿਲੇਸ਼ਨਸ਼ਿਪ ਜਿਹੜਾ ਰਿਸ਼ਤੇਦਾਰੀ ਹੁੰਦੀ ਹੈ ਉਸ ਨੂੰ ਲੈ ਕੇ ਡਨ ਉੱਥੋਂ ਹੀ ਬੱਚਾ ਕੋਈ ਨਾ ਸਿੱਖਦਾ, ਇਨਵਾਇਰਮੈਂਟ ਤੋਂ ਸਿੱਖਦਾ। ਇਹ ਸਾਰੀ ਇੱਕ ਹੋਲਿਸਟਿਕ ਅਪਰੋਚ ਚੱਲਦੀ ਹੈ। ਕਹਿੰਦੇ ਜਿਹੜੀ ਅੱਜ ਕੱਲ੍ਹ ਦੀ ਟੈਕਨੋਲੋਜੀ ਹੈ, ਪੈਨੀਟ੍ਰੇਸ਼ਨ ਆਫ ਟੈਕਨੋਲੋਜੀ ਲਾਈਕ ਕੰਪਿਊਟਰਸ, ਵੀਡੀਓਜ਼, ਟੈਲੀਵਿਜ਼ਨ, ਟੈਲੀਫੋਨ, ਰੇਡੀਓ, ਟੈਲੀਕਮਿਊਨੀਕੇਸ਼ਨ, ਕਹਿੰਦੇ ਨੈਟਵਰਕ ਹੈਡ ਐਗਜ਼ੈਕਟਲੀ ਦੀ ਗ੍ਰੇਟ ਇਨਫਲੂਐਂਸ ਪਾਇਆ ਕਿ ਸਾਨੂੰ ਕਿਸ ਤਰ੍ਹਾਂ ਰਹਿਣਾ ਚਾਹੀਦਾ, ਕਿਸ ਤਰ੍ਹਾਂ ਕੰਮ ਕਰਨਾ ਚਾਹੀਦਾ, ਕਿਸ ਤਰ੍ਹਾਂ ਪਲੇ ਕਰਨਾ ਚਾਹੀਦਾ, ਕਿਸ ਤਰ੍ਹਾਂ ਲਰਨ ਕਰਨਾ ਚਾਹੀਦਾ। ਕਹਿੰਦੇ ਇਨ ਆਰਡਰ ਟੂ ਕੋਪ ਵਿਦ ਦ ਚੈਲੰਜਸ ਆਫ ਲਾਈਫ, ਚਿਲਡਰਨ ਐਂਡ ਅਡਲਟਸ ਨੀਡ ਦੀ ਗ੍ਰੇਟਰ ਐਬਿਲਿਟੀ ਟੂ ਲਰਨ ਹਾਊ ਟੂ ਲਰਨ, ਪ੍ਰੋਸੈਸ ਦੀ ਪ੍ਰੋਬਲਮ ਸੋਲਵਿੰਗ, critical thinking skills, to be resilient in the face of fast moving change. The time to being preparing children for the challenges and demands of the future is when they are young, curious and excited learners. ਹੁਣ ਉਹਦੇ ਤਾਂ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਇਹ ਬਹੁਤ ਸੋਹਣੀ ਗੱਲ ਕਹੀ ਹੈ ਹਰੇਕ ਬੱਚੇ ਲਈ, ਭਾਵੇਂ ਤੁਸੀਂ ਅਡਲਟ ਵੀ ਹੋ ਨਾ, ਤੁਹਾਡੇ ਲਈ ਬਹੁਤ ਫਾਇਦੇਮੰਦ ਚੀਜ਼ ਹੈ। ਕਹਿੰਦੇ ਅੱਜ ਦਾ ਯੁੱਗ ਕੀ ਹੈ, ਮਾਡਰਨ ਹੈ। ਅੱਜ ਵੀ ਤੁਹਾਨੂੰ ਹਰੇਕ ਚੀਜ਼ ਫਾਸਟ ਦੇਖਣ ਨੂੰ ਮਿਲ ਰਹੀ ਹੈ। ਕੰਪਿਊਟਰਸ, ਵੀਡੀਓ, ਟੈਲੀਵਿਜ਼ਨ, ਟੈਲੀਫੋਨ, ਰੇਡੀਓ, ਟੈਲੀਕਮਿਊਨੀਕੇਸ਼ਨ ਨਾਲ ਹਰੇਕ ਚੀਜ਼ ਟਾਈਮ ਨਾਲ ਬਣਤੀ। ਕੰਪਿਊਟਰ ਨੂੰ ਵੀ ਟਾਈਮ ਨਾਲ ਬਣਤਾ, ਤੁਹਾਨੂੰ ਵੀਡੀਓ ਨੇ ਵੀ ਬਣਤਾ, ਟੈਲੀਵਿਜ਼ਨ ਨੇ ਵੀ ਬਣਤਾ। ਉਹ ਅਲੱਗ ਚੀਜ਼ ਦਾ ਕੋਈ ਚੀਜ਼ ਟਾਈਮ ਵੇਸਟ ਕਰ ਰਹੀ ਹੈ, ਕੋਈ ਚੀਜ਼ ਤੁਹਾਡਾ ਟਾਈਮ ਫਾਇਦਾ ਕਰ ਰਹੀ ਹੈ। ਦੈਨ ਸਮਝ ਗਏ, ਟੈਲੀਕਮਿਊਨੀਕੇਸ਼ਨ ਹੋ ਗਿਆ। ਤਾਂ ਇਸ ਚੀਜ਼ ਨੂੰ ਤੁਹਾਨੂੰ ਟਾਈਮ ਨਾਲ ਬਣਤਾ। ਤਾਂ ਇਸ ਨਾਲ ਇਸ ਚੀਜ਼ ਨਾਲ ਨਵੀਂ ਚੀਜ਼ਾਂ ਕੀ ਨਿਕਲ ਕੇ ਸਾਹਮਣੇ ਆਈਆਂ ਕਿ ਬੱਚਿਆਂ ਨੂੰ ਹੁਣ ਜ਼ਿਆਦਾ ਚੀਜ਼ ਦੀ ਕੀ ਲੋੜ ਹੈ ਕਿ ਕਿਸ ਤਰ੍ਹਾਂ ਲਰਨ ਕਰਨਾ, ਦੈਨ ਕਿਸ ਤਰ੍ਹਾਂ ਪ੍ਰੋਬਲਮ ਸੋਲਵ ਕਰਨਾ, ਕਿਉਂਕਿ ਸਮਾਂ ਬਦਲ ਰਿਹਾ। ਸਮਾਂ ਬਦਲਣਾ ਸਾਨੂੰ ਵੀ ਬਦਲਣਾ, ਅਸੀਂ ਉਰੇ ਰੁਕ ਨਹੀਂ ਸਕਦੇ। ਦੈਨ ਜੋ ਸਾਡੀ ਪਹਿਲੀ ਅਪਰੋਚ ਚੱਲਦੀ ਸੀ ਹੌਲੀ ਸਪੀਡ 'ਤੇ ਜਾਂ ਸਮਝਣ ਦੇ ਤਰੀਕੇ ਦੇ ਵਿੱਚ ਆਪਾਂ ਰਿਲੈਕਸੇਸ਼ਨ ਕਰ ਲੈ ਜਾਂਦੇ ਸੀ, ਉਸ ਨੂੰ ਹੁਣ ਘਟਾ ਕੇ, ਠੀਕ ਹੈ, ਉਸ ਨੂੰ ਘਟਾ ਕੇ ਆਪਾਂ ਨੂੰ ਮਤਲਬ ਪਹਿਲੇ ਕੀ ਹੁੰਦਾ ਸੀ, ਬੱਚਾ 10ਵੀਂ ਤੱਕ ਮਤਲਬ ਇੰਨਾ ਸਮਝਦਾਰ ਨਹੀਂ ਹੁੰਦਾ ਸੀ। ਅੱਜ ਦਾ ਬੱਚਾ 10ਵੀਂ ਦਾ ਬਹੁਤ ਸਮਝਦਾਰ ਹੈ, ਉਹਨੂੰ ਪ੍ਰੋਬਲਮ ਸੋਲਵਿੰਗ ਵੀ ਪਤਾ, ਹਾਊ ਟੂ ਲਰਨ ਇਹ ਵੀ ਪਤਾ, ਕ੍ਰਿਟੀਕਲ ਥਿੰਕਿੰਗ ਸਕਿੱਲਸ ਉਹਦੀ ਵੱਧ ਜਾਂਦੀ ਹੈ। ਕਈ ਬੱਚਿਆਂ ਦੀ ਕ੍ਰਿਟੀਕਲ ਥਿੰਕਸ ਅੱਜ ਵੀ ਸਾਨੂੰ ਨਹੀਂ ਦੇਖਣ ਨੂੰ ਮਿਲਦੀਆਂ, ਕ੍ਰਿਟੀਕਲ ਥਿੰਕਿੰਗ ਹੁੰਦੀ ਹੈ ਕਿਸੇ ਟੌਪਿਕ ਨੂੰ ਲੈ ਕੇ। ਹੁਣ ਜਿਵੇਂ ਸਪੋਜ਼ ਕਰੋ, ਮਾਫ ਕਰਨਾ ਮੈਂ ਇਸ ਵਿੱਚ ਐਡ ਕਰ ਰਿਹਾ ਜਿਵੇਂ ਸੁਸ਼ਾਂਤ ਦਾ ਕੇਸ ਸੀ, ਠੀਕ ਹੈ, ਰਾਜਪੂਤ ਦਾ ਕੇਸ ਸੀ। ਬੱਚਾ ਇਸ ਨੂੰ ਲੈ ਕੇ ਕਿਆ ਨਿਊਜ਼ ਪੜ੍ਹ ਰਿਹਾ, ਬੱਚਾ ਇਸ ਨੂੰ ਲੈ ਕੇ ਜਾਂ ਉਸ ਵਿੱਚ ਲੈ ਕੇ ਜੋ ਵੀ ਗ੍ਰਿਫਤਾਰੀਆਂ ਹੋਈਆਂ ਉਸ ਚੀਜ਼ ਨੂੰ ਲੈ ਕੇ ਉਸ ਵਿੱਚ ਕਿਆ ਮਤਲਬ ਕਿ ਨਿਊਜ਼ ਕਿਆ ਪੜ੍ਹ ਰਿਹਾ। ਹੋ ਸਕਦਾ ਦੋ ਤਰੀਕੇ ਨਾਲ ਹੋ ਸਕਦਾ। ਇੱਕ ਤਾਂ ਉਸਦਾ ਮਸਾਲਾ ਜਿਹੜਾ, ਠੀਕ ਹੈ, ਟੇਸਟੀ ਮਸਾਲਾ, ਸਮਝ ਰਹੇ ਹੋ ਨਾ ਕਿ ਅੱਛਾ ਜੀ ਗ੍ਰਿਫਤਾਰ ਹੋ ਗਿਆ, ਇਹ ਹੋ ਗਿਆ, ਵਗੈਰਾ ਹੋ ਗਿਆ, ਐਵੇਂ ਹੋ ਗਿਆ। ਇੱਕ ਚੀਜ਼। ਦੂਜੀ ਕ੍ਰਿਟੀਕਲ ਥਿੰਕਿੰਗ ਕੀ ਹੋ ਜਾਂਦੀ ਹੈ, ਉਸ ਵਿੱਚ ਕਿਹੜੇ ਡਰੱਗਸ ਦਾ ਯੂਜ਼ ਹੋਇਆ,
ਉਸ ਡਰੱਗਸ ਨੂੰ ਲੈ ਕੇ ਕਿਆ ਪ੍ਰੋਬਲਮਸ ਨੇ, ਉਸ ਨੂੰ ਲੈ ਕੇ ਕਿਹੜੇ ਕਾਨੂੰਨ ਨੇ, ਉਸ ਦੇ ਕਿਹੜੇ ਐਡਵਾਂਟੇਜਸ ਨੇ, ਦੈਨ ਕਿਹੜੇ ਡਿਸਐਡਵਾਂਟੇਜਸ ਨੇ। ਦੈਨ ਕੈਨਨਬਿਨ ਦਾ ਨਾਮ ਸੁਣਿਆ ਹੋਣਾ, ਕੈਨਨਬਿਨ ਹੈ ਨਾ। ਕੈਨਨਬਿਨ ਉਹ ਵੀ ਇੱਕ ਤਰ੍ਹਾਂ ਦਾ ਡਰੱਗ ਹੈ, ਮਗਰ ਉਹ ਡਰੱਗ ਹਾਰਮਫੁਲ ਨਹੀਂ ਹੈ। ਜੇ ਉਹਨੂੰ ਥੋੜ੍ਹੀ ਜਿਹੀ ਮਾਤਰਾ 'ਚ ਲਿੱਤਾ ਜਾਵੇ ਹਾਰਮਫੁਲ ਨਹੀਂ। ਇਹ ਕੈਂਸਰ ਵਾਲੇ ਪੇਸ਼ੈਂਟ ਲਈ ਬਹੁਤ ਅੱਛਾ ਹੁੰਦਾ। ਦੈਨ ਉਹ ਜਿਹੜੇ ਹੁਣ ਆਪਾਂ ਨੂੰ ਇਰਫਾਨ ਖਾਨ ਤੁਸੀਂ ਨਾਮ ਸੁਣਿਆ ਹੋਣਾ ਹੈ ਨਾ, ਐਕਟਰ ਸੀ ਬਹੁਤ ਅੱਛੇ। ਉਹਨਾਂ ਦੀ ਵਾਈਫ ਨੇ ਕੇਸ ਪਾਇਆ ਸੀ ਜਿਸ ਵਿੱਚ ਇਹਨਾਂ ਨੇ ਕਿਹਾ ਸੀ ਜਿਹੜੀ ਕੈਨਨਬਿਨ ਆ ਉਸ ਨੂੰ ਤੁਸੀਂ ਲੀਗਲਾਈਜ਼ ਕਰੋ। ਇਸਦਾ ਯੂਸੇਜ ਜਿਹੜਾ ਕੈਂਸਰ ਪੇਸ਼ੈਂਟ ਲਈ ਸੀ, ਕਿਉਂਕਿ ਇਰਫਾਨ ਖਾਨ ਆਪ ਕੈਂਸਰ ਪੇਸ਼ੈਂਟ ਸੀ। ਡਨ, ਤਾਂ ਉਸਦਾ ਯੂਸੇਜ ਦੀ ਵੀ ਗੱਲ ਹੁੰਦੀ ਹੈ। ਇਹ ਹੁੰਦੀ ਕ੍ਰਿਟੀਕਲ ਥਿੰਕਿੰਗ, ਸਮਝਣ ਦੀ ਥਿੰਕਿੰਗ। ਅੱਜ ਦਾ ਯੁੱਗ ਇਸ ਚੀਜ਼ ਨੂੰ ਜਲਦੀ ਮਤਲਬ ਕਿ ਇਸ ਚੀਜ਼ ਦੀ ਡਿਮਾਂਡ ਜ਼ਿਆਦਾ ਕਰਦਾ। ਡਨ, ਟਾਈਮ ਟੂ ਪ੍ਰੀਪੇਅਰ ਦੇ ਚਿਲਡਰਨ, ਜਿਹੜੇ ਚੈਲੰਜਸ ਆ ਰਹੇ ਸਾਹਮਣੇ, ਜੋ ਡਿਮਾਂਡ ਹੈ ਫਿਊਚਰ ਦੀ, ਉਸ ਲਈ ਉਸਨੂੰ ਮਤਲਬ ਉਸ ਨੇ ਉਹਨੂੰ ਡਿਵੈਲਪ ਕਰਨਾ ਬੱਚੇ ਨੂੰ। ਡਨ, ਇਹ ਬੱਚਾ ਕਦੋਂ ਹੋ ਸਕਦਾ? ਜਦੋਂ ਬੱਚਾ ਯੰਗ ਹੈ, ਕ੍ਰੂਸ਼ੀਅਸ ਹੈ। ਡਨ, ਅਤੇ ਮਤਲਬ ਸਿੱਖਣਾ ਚਾਹੁੰਦਾ, ਕੁਝ ਨਾ ਕੁਝ ਸਿੱਖਣਾ ਚਾਹੀਦਾ। ਉਸ ਵਕਤ ਉਸ ਵਿੱਚ ਜੇ ਇਸ ਤਰ੍ਹਾਂ ਦੀ ਸਾਰੀ ਸਕਿੱਲਸ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਭਾਵੇਂ ਉਸ ਨੂੰ ਬਿਗਨਿੰਗ ਕਿਉਂ ਨਾ ਹੋਵੇ, ਤਾਂ ਬੱਚਾ ਜਲਦੀ ਸਿੱਖ ਪਾਏਗਾ ਉਹ ਚੀਜ਼ ਨੂੰ। ਦੈਨ children learn through the experience and relationship with the parents, teacher, friends. Hence, the learning experience should tap the natural curiosity and excitement of the children. Then this can do not only supporting the emerging skills in the reading, writing, and mathematics, but also in the skills of critical thinking, collaboration, communication, creativity, technology, literacy, and social emotion development, known as the 21st century skills. ਇਹ ਸਕਿੱਲਸ ਅੱਜ ਦੇ ਜ਼ਮਾਨੇ ਦੀ ਲੋੜ ਹੈ ਸਾਨੂੰ। ਇਹ ਜਿਹੜੀ ਤੁਸੀਂ ਸਕਿੱਲ ਦੇਖ ਰਹੇ ਹੋ ਨਾ, ਇਸ ਵਿੱਚ ਅਡੈਪਟ ਹੋਣਾ ਬੱਚੇ ਲਈ ਬਹੁਤ ਜ਼ਰੂਰੀ ਹੈ। ਡਨ, ਕਹਿੰਦੇ ਦਿਸ ਸਕਿੱਲਸ ਹੈਵ ਅ ਸਿਗਨੀਫਿਕੈਂਟ ਇੰਪੈਕਟ ਔਨ ਪੈਡਾਗੋਜੀਕਲ ਅਪਰੋਚਸ ਫॉर ਕਰਿਕੂਲਮ। ਇਸ ਤਰ੍ਹਾਂ ਦੇ ਸਕਿੱਲਸ ਇਫੈਕਟ ਪਾਉਂਦੀਆਂ ਇਸ ਤਰ੍ਹਾਂ ਦੇ ਕਰਿਕੂਲਮ ਵਿੱਚ ਕਿ ਸਾਨੂੰ ਕੀ ਕਰਨਾ ਚਾਹੀਦਾ, ਕਿਹੜੇ ਕਿਹੜੇ ਅਪਰੋਚਸ ਅਪਣਾਉਣੇ ਚਾਹੀਦੇ ਹੈ। ਡਨ, ਸਮਝ ਗਏ? ਜਿਸ ਵਿੱਚ ਲਰਨਿੰਗ ਅਤੇ ਡਿਵੈਲਪਮੈਂਟ ਹੋ ਸਕੇ ਯੰਗ ਚਿਲਡਰਨ ਦੀ। ਕਹਿੰਦੇ ਇਟ ਇਜ਼ ਐਕਸਪੈਕਟਿਡ ਡੈਟ ਸਟਰੈਂਥਨਿੰਗ ਆਫ ਕੀ ਕੋਗਨੀਟਿਵ ਸਕਿੱਲਸ ਇੰਕਲੂਡਿੰਗ ਜੋ ਆਪਣੇ ਗੋਲ 3 'ਚ ਦੇਖੇ ਸੀ would also contribute in providing the child a sound foundation for meeting the challenges of negotiating new technology in the years ahead, which should be enforced while transacting in the curriculum. ਕਹਿੰਦੇ ਐਕਸਪੈਕਟਿਡ ਹੈ ਕਿ ਜਦੋਂ ਆਪਾਂ ਨੇ ਸਟਰੈਂਥਨ ਕਰਨੀ ਹੈ, ਜੋ ਵੀ ਕੋਗਨੀਟਿਵ ਸਕੂਲਸ ਇਨ ਗੋਲ 3 ਵਿੱਚ ਇਨਕਲੂਡ ਹੈ, ਉਹ ਇੱਕ ਤਰ੍ਹਾਂ ਦਾ ਕਹਿੰਦੇ ਜੋ ਇਸ ਟਾਈਮ ਆਪਾਂ ਨੇ ਕਰਿਕੂਲਮ ਰੱਖਿਆ ਗੋਲ 3 ਵਿੱਚ, ਉਹ ਇੱਕ ਤਰ੍ਹਾਂ ਦਾ ਕੰਟਰੀਬਿਊਟ ਕਰਨਗੀਆਂ ਦੈਨ ਉਸ ਦੀ ਫਾਊਂਡੇਸ਼ਨ ਵਿੱਚ, ਤਾਂ ਕਿ ਉਹ ਆਪਣੇ ਜਿਹੜੇ ਚੈਲੰਜਸ ਉਹਦੇ ਸਾਹਮਣੇ ਨਿਕਲ ਕੇ ਆ ਰਿਹਾ। ਆਪਣੇ ਗੋਲਸ ਪੜ੍ਹੇ ਸੀ ਨਾ, ਜੇ ਤੁਹਾਡੇ ਗੋਲਸ ਪੜ੍ਹੇ ਤਾਂ ਅੱਛੀ ਗੱਲ ਹੈ। 1 2 3 ਤੀਜਾ ਗੋਲ ਦੇਖਿਓ ਪ੍ਰੀ ਸਕੂਲ ਦਾ ਤੀਜਾ ਗੋਲ, ਉਸ ਵਿੱਚ ਇਹ ਸਾਰੀ ਸਕਿੱਲਸ ਦੀ ਗੱਲ ਕੀਤੀ ਹੈ ਜੋ ਬੱਚੇ ਦੇ ਸਾਹਮਣੇ ਜੋ ਵੀ ਚੈਲੰਜਸ ਆਏਗੇ ਉਸ ਨੂੰ ਮੀਟ ਕਰਨ ਲਈ, ਉਸ ਜਿਹੜੀ ਫਾਊਂਡੇਸ਼ਨ ਪੱਕਾ ਕਰਨ ਲਈ ਜੋ ਵੀ ਸਕਿੱਲਸ ਹੈ ਉਸ ਨੂੰ ਪ੍ਰੋਵਾਈਡ ਕੀਤੇ ਜਾਣ। ਉਹ ਕਰਿਕੂਲਮ 'ਚ ਆਲਰੇਡੀ ਐਡ ਕਰ ਦਿੱਤੀਆਂ ਗਈਆਂ ਨੇ, ਤੁਸੀਂ ਗੋਲ 3 ਜਾ ਕੇ ਜ਼ਰੂਰ ਦੇਖਣਾ। ਦੈਨ ਤਾਂ ਕਿ ਉਹ ਜੋ ਵੀ ਚੈਲੰਜਸ ਆਈਆਂ ਉਸ ਨੂੰ ਮੀਟ ਕਰ ਪਾਵੇ, ਠੀਕ ਹੈ, ਨੈਗੋਸ਼ੀਏਟ ਕਰ ਪਾਵੇ ਨਿਊ ਟੈਕਨੋਲੋਜੀਸ ਨੂੰ, ਠੀਕ ਹੈ, ਸਮਝ ਗਏ? ਉਸ ਨੂੰ ਕਹਿੰਦੇ ਦੇਅਰ ਆਰ ਦੀ ਡਿਫਰੈਂਟ ਅਪਰੋਚਿਸ। ਹੁਣ ਜਿਵੇਂ ਇਸ ਵਿੱਚ ਆਪਣੇ ਅਪਰੋਚਿਸ ਦੀ ਗੱਲ ਕਰਨੀ ਹੈ, ਮੇਨ ਅਪਰੋਚਿਸ ਬਾਰੇ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਪ੍ਰੈਜ਼ੈਂਟ ਵਿੱਚ ਸਾਨੂੰ ਕਿਹੜੀ ਕਿਹੜੀ ਅਪਰੋਚਿਸ ਯੂਜ਼ ਕਰਨੀਆਂ ਚਾਹੀਦੀਆਂ। ਸਭ ਤੋਂ ਪਹਿਲੇ 3 ਤਰ੍ਹਾਂ ਦੀਆਂ ਅਪਰੋਚਿਸ ਹੁੰਦੀਆਂ। ਇੱਕ ਹੁੰਦੀ ਹੈ ਥੀਮ ਬੇਸਡ, ਇੱਕ ਹੁੰਦੀ ਹੈ ਪ੍ਰੋਜੈਕਟ ਇਨਕੁਆਇਰੀ ਬੇਸਡ, ਇੱਕ ਹੁੰਦੀ ਹੈ ਐਮਰਜੈਂਟ ਕਰਿਕੂਲਮ, ਠੀਕ ਹੈ। ਪਹਿਲੀ ਅਪਰੋਚ ਦੇਖੋ ਥੀਮ ਬੇਸਡ। ਥੀਮ ਬੇਸਡ ਅਪਰੋਚ ਇਸ ਦਾ ਕਾਮਨਲੀ ਯੂਜ਼ ਨੋਰਮਲ ਐਜੂਕੇਟਰ ਯੂਜ਼ ਕਰਦੇ ਆ ਅਕਰੋਸ ਦੀ ਵਰਲਡ ਵਿੱਚ। ਕਹਿੰਦੇ ਇਸ ਵਿੱਚ ਕੀ ਕਰਦੇ ਆਪਾਂ, ਕਹਿੰਦੇ ਇਟ ਅਟੈਂਪਟਸ ਟੂ ਟਾਈ ਇਨ ਵੇਰੀਅਸ ਸਕਿੱਲਸ ਐਂਡ ਨੌਲੇਜ ਟੂ ਬੀ ਅਕਵਾਇਰਡ ਬਾਈ ਚਿਲਡਰਨ ਇਨਟੂ ਅ ਕੋਹਰੈਂਟ ਹੋਲ ਆਰਗਨਾਈਜ਼ਡ ਅਰਾਊਂਡ ਅ ਸਪੈਸੀਫਿਕ ਥੀਮ, such as myself, plants, animals, fruits, vegetables. A deliberate focus on a given topic enable even very young children to be more efficient in acquiring skills process required to gather and process information for in a later life. Sorry, for नहीं आएगा later life. देखो इसको है थीम बेस्ड, ठीक है। किसी प्लांट्स ਨੂੰ ਲੈ ਕੇ ਇੱਕ ਟੌਪਿਕ ਰੱਖਤਾ ਹੈ ਨਾ, ਦੈਨ ਇਸ ਨੂੰ ਲੈ ਕੇ ਗੱਲ ਕਰਨੀ ਆਪਾਂ ਨੇ। ਇਸ ਵਿੱਚ ਬੜੀ ਗੱਲਾਂ ਇਸ ਵਿੱਚ ਬੇਸ ਗੱਲਾਂ ਨਿਕਲ ਕੇ ਆਉਣਗੀਆਂ। ਉਸ ਤੋਂ ਬਾਅਦ ਪਲਾਂਟਸ ਵਿੱਚ ਕਿਆ ਕਿਆ ਹੁੰਦਾ ਉਹਦਾ ਪੂਰਾ ਸਾਈਕਲ ਨਿਕਲ ਕੇ ਆਏਗਾ। ਇਸ ਦੀ ਸਾਨੂੰ ਕੀ ਦੇਣ ਹੈ ਅਤੇ ਸਾਨੂੰ ਕਿਆ ਦੇਣਾ ਚਾਹੀਦਾ ਜਿਸ ਨਾਲ ਸਾਨੂੰ ਇਸ ਤੋਂ ਫਾਇਦਾ ਹੋਏਗਾ। ਸਮਝ ਗਏ? ਤਾਂ ਇਸ ਦਾ ਇਨਵਾਇਰਮੈਂਟ ਉੱਪਰ ਕੀ ਰੋਲ ਹੈ। ਮਤਲਬ ਇੱਕ ਥੀਮ ਬੇਸ ਟੌਪਿਕ ਕੋਈ ਚੁੱਕ ਲਿਆ ਆਪਾਂ ਨੇ ਤਾਂ ਉਸ ਨੂੰ ਆਪਾਂ ਜਿਸ ਮਰਜ਼ੀ ਟਰੀ ਬੇਸ ਨਾਲ ਕਨੈਕਸ਼ਨ ਜੋੜ ਸਕਦੇ ਹਾਂ। ਇਸ ਦੀ ਸਾਡੀ ਜ਼ਿੰਦਗੀ ਵਿੱਚ ਸਿੱਧਾ ਡਾਇਰੈਕਟਲੀ ਵੀ ਇੰਡਾਇਰੈਕਟਲੀ ਵੀ ਬਹੁਤ ਵੱਡਾ ਰੋਲ ਹੈ। ਇਸ ਦੇ ਬਿਨਾਂ ਸਾਡੀ ਲਾਈਫ ਨਹੀਂ ਹੈ। ਆ ਤੁਸੀਂ ਕੋਵਿਡ ਦਾ ਸਮਾਂ ਦੇਖ ਹੀ ਰਹੇ ਹੋ। ਦੈਨ ਵੈਨ ਵੀ ਟੇਕ ਅ particular theme and help the children to actively and visibly build the knowledge on that theme, we enable the children। ਜਦੋਂ ਆਪਾਂ ਇਸ ਥੀਮ ਨਾਲ ਬੱਚੇ ਨੂੰ ਮਤਲਬ ਕਿ ਉਸ ਨੂੰ ਇਨਵੋਲਵ ਕਰਵਾਉਂਦੇ ਹਾਂ ਡਨ, ਤਾਂ ਉਸ ਵਿੱਚ ਜਿਹੜੀਆਂ ਸਕਿੱਲਸ ਹੈ ਲਰਨਿੰਗ ਦੀਆਂ ਟੂ ਮੇਕ ਲਰਨਿੰਗ ਮੋਰ ਐਫੀਸ਼ੀਐਂਟ ਇਨ ਦਾ ਫਿਊਚਰ, ਉਹ ਵੱਧ ਜਾਂਦੀਆਂ। ਹੁਣ ਬੱਚਾ ਕੋਈ ਸੀ ਚੀਜ਼ ਨੂੰ ਜੇ ਬਚਪਨ ਵਿੱਚ ਕਿਸੇ ਚੀਜ਼ ਉਹਨੇ ਬੇਸਿਕ ਚੀਜ਼ਾਂ ਸਿੱਖਣੀਆਂ ਪਲਾਂਟਸ ਨੂੰ ਲੈ ਕੇ, ਜਦੋਂ ਉਸ ਚੀਜ਼ ਨੂੰ ਬੱਚੇ ਨੂੰ ਫੁੱਲ ਟੌਪਿਕ ਉਹ ਆਉਣ ਵਾਲੇ 10ਵੀਂ 9ਵੀਂ 'ਚ ਪੜ੍ਹੇਗਾ, ਬੇਸਿਕ ਤੁਹਾਨੂੰ ਪਤਾ ਹੀ ਹੋਏਗਾ, ਅੱਗੇ ਦੀ ਕਿਉਰਿਓਸਿਟੀ ਉਹਦੇ 'ਚ ਆਪਣੇ ਆਪ ਜਾਗ ਜਾਏਗੀ। ਉਹ ਕਹੇਗਾ ਬੱਚਾ ਮੈਂ ਤਾਂ ਬਚਪਨ 'ਚ ਸਿੱਖ ਲਿਆ ਸੀ ਪਲਾਂਟਸ ਬਾਰੇ ਕੀ ਗੱਲਾਂ ਹੁੰਦੀਆਂ ਸੀ, ਠੀਕ ਹੈ, ਮੈਂ ਬਚਪਨ ਤੋਂ ਸਮਝਦਾ ਆ ਰਿਹਾ ਕਿ ਪਲਾਂਟਸ ਕੀ ਹੁੰਦੇ, ਹੁਣ ਮੈਨੇ ਸਮਝਣਾ ਕਿ ਇਸ ਤੋਂ ਅੱਗੇ ਕੀ ਹੁੰਦਾ, ਇਹ ਮੈਨੂੰ ਇਸ ਟੌਪਿਕ 'ਚ ਪਤਾ ਲੱਗੇਗਾ। ਕਿਉਰਿਓਸਿਟੀ ਵੱਧ ਗਈ ਨਾ ਬੱਚੇ 'ਚ, ਲਰਨਿੰਗ ਸਕਿੱਲਸ ਵੱਧ ਗਈਆਂ।
ਤਾਂ ਇਸ ਤਰ੍ਹਾਂ ਦੀ ਥੀਮ ਬੇਸ ਅਪਰੋਚ ਬਹੁਤ ਜ਼ਰੂਰੀ ਹੈ। ਡਨ, ਉਸ ਵਿੱਚ ਆਪੇ ਆਪ ਸਬ ਥੀਮ ਜੁੜੀ ਜਾਂਦੀ ਹੈ। ਡਨ, ਸੱਚਾ ਵੀਕ 2 ਵੀਕਸ ਉਹਦਾ ਇਨਫੋਰਮੇਸ਼ਨ ਸਰਾਊਂਡਿੰਗ ਅ ਲਾਰਜ ਯੂਨਿਟ ਆਰਗੇਨਾਈਜ਼ ਇਨ ਅ ਵੇ ਡੈਟ ਮੇਕ ਸੈਂਸ ਟੂ ਚਿਲਡਰਨ, ਕਿ ਉਸ ਥੀਮ ਨੂੰ ਲੈ ਕੇ ਡਨ ਉਸ ਨੂੰ ਤੁਸੀਂ ਭਾਵੇਂ 2 ਵੀਕਸ ਦੇ ਦਿਓ, 3 ਵੀਕਸ ਦੇ ਦਿਓ, ਡਨ ਉਹ ਅੱਗੋਂ ਆਪੇ ਸਬ ਥੀਮ ਚੁਣੇਗਾ। ਡਨ, ਉਹਦੇ ਨਾਲ ਕਿਹੜੀ ਕਿਹੜੀ ਚੀਜ਼ ਯੂਜ਼ ਸਕਦੀ ਹੈ, ਤਾਂ ਇੱਕ ਆਰਗੇਨਾਈਜ਼ ਵਿੱਚ ਉਹ ਇਨਫੋਰਮੇਸ਼ਨ ਉਸ ਕੋਲ ਕਲੈਕਟ ਹੋ ਜਾਏਗੀ। ਡਨ, ਫਿਰ ਉਸ ਨੂੰ ਉਸਦੀ ਆਰਗੇਨਾਈਜ਼ ਜਿਹੜੀ ਟੌਪਿਕ ਹੈ ਉਸ ਨੂੰ ਐਕਟੀਵਿਟੀ ਏਰੀਆ 'ਚ ਲੈ ਜਾਓ, ਕਿੰਨਾ ਮਜ਼ਾ ਆਏਗਾ। ਡਨ, ਇਸ ਤਰ੍ਹਾਂ ਦੀ ਜਿਹੜੀ ਪੜ੍ਹਾਈ ਆ ਉਹ ਬਹੁਤ ਜ਼ਰੂਰੀ ਹੈ ਬੱਚੇ ਲਈ। ਡਨ, theme based theme teaching generally carried out according to detailed pre-designed lesson plan. Then such approach largely teacher directed with the very limited scope to allow the children initiating the learning. Then ਸਮਝ ਆ ਗਿਆ ਨਾ, ਜਿੰਨੇ ਤੁਹਾਨੂੰ ਮੈਂ ਗੱਲ ਸਮਝਾਈ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਪਲੇ ਬੇਸ, ਜੋ ਆਪਾਂ ਹੁਣ ਉੱਪਰ ਪੜ੍ਹ ਕੇ ਆਏ ਹਾਂ। ਕਹਿੰਦੇ ਚਿਲਡਰਨ ਲਰਨ ਬੈਸਟ ਥਰੂ ਦਾ ਪਲੇ, ਚਿਲਡਰਨ ਸ਼ੁੱਡ ਇੰਗੇਜ ਇਨ ਪਲੇ ਐਕਟੀਵਿਟੀਜ਼ ਵਿਚ ਆਰ ਨਾਈਦਰ ਟੂ ਚੈਲੰਜਿੰਗ ਨੋਰ ਟੂ ਈਜ਼ੀ। ਕਹਿੰਦੇ ਜ਼ਿਆਦਾਤਰ ਉਹ ਜਿਹੜੇ ਬੱਚੇ ਨੂੰ ਜਿਸ ਵੀ ਪਲੇ ਐਕਟੀਵਿਟੀ ਤੁਸੀਂ ਪਾਓਗੇ, ਡਨ ਜਿਸ ਵੀ ਖੇਲਣ ਦੀ ਗਤੀਵਿਧੀਆਂ 'ਚ ਜਾਂ ਉਸ ਨੂੰ ਮਤਲਬ ਪਾਓਗੇ, ਤਾਂ ਉਸ ਵਿੱਚ ਨਾ ਤਾਂ ਉਹ ਜ਼ਿਆਦਾ ਚੈਲੰਜਿੰਗ ਹੋਣੀ ਚਾਹੀਦੀਆਂ ਅਤੇ ਨਾ ਜ਼ਿਆਦਾ ਈਜ਼ੀ ਹੋਣੀ ਚਾਹੀਦੀਆਂ। ਡਨ, ਸੋ ਪਲੇ ਬੇਸ ਅਪਰੋਚ stimulating materials and activities are made available by the teacher and children self-select activities according to their interest to each point of time and learn to their own space। ਕਹਿੰਦੇ ਬੱਚੇ ਨੂੰ ਜਿਹੜੀਆਂ ਪਲੇ ਐਕਟੀਵਿਟੀਜ਼ ਆ ਉਸਦੀ ਲਰਨਿੰਗ ਸਕਿੱਲ ਦੇ ਮੁਤਾਬਿਕ ਹੀ, ਮਤਲਬ ਕਿ ਜੋ ਵੀ ਸਿਲੈਕਟਿਵ ਐਕਟੀਵਿਟੀਜ਼ ਹੈ ਉਹ ਹਮੇਸ਼ਾ ਲਿੰਕ ਕਰਨੀ ਚਾਹੀਦੀ ਹੈ ਲਰਨਿੰਗ ਨਾਲ, ਠੀਕ ਹੈ, ਲਰਨਿੰਗ ਸਕਿੱਲਸ ਨਾਲ, ਤਾਂ ਕਿ ਬੱਚਾ ਹਰੇਕ ਇੱਕ ਐਕਟੀਵਿਟੀ ਤੋਂ ਕੁਝ ਨਾ ਕੁਝ ਸਿੱਖੇ। ਓਕੇ, ਕਹਿੰਦੇ ਟੀਚਰ ਰੋਲ ਇਜ਼ ਦੈਟ ਆਫ ਦੀ ਫੈਸਿਲੀਟੇਟਰ, ਇੱਕ ਤਰ੍ਹਾਂ ਦਾ ਫੈਸਿਲੀਟੇਟਰ ਦਾ ਰੋਲ ਹੈ। ਸ਼ੀ ਡਜ਼ ਨੋਟ ਕੈਰੀ ਆਊਟ ਦੀ ਐਨੀ ਸਪੈਸੀਫਿਕ ਸਟਰਕਚਰ ਐਕਟੀਵਿਟੀਜ਼, ਕੋਈ ਸਪੈਸੀਫਿਕ ਸਟਰਕਚਰ ਐਕਟੀਵਿਟੀ ਕਰਾਉਣ ਦੀ ਕੋਈ ਲੋੜ ਨਹੀਂ ਹੈ। ਇਨ ਆਰਡਰ ਟੂ ਇਨੇਬਲ ਦੀ ਚਿਲਡਰਨ to benefit from this approach, teacher need to observe, identify the learning opportunities and make play materials available accordingly। ਕਹਿੰਦੇ ਜਿਸ ਤਰ੍ਹਾਂ ਦੇ ਸਾਡੇ ਕੋਲ ਮਟੀਰੀਅਲ ਅਵੇਲੇਬਲ ਹੈ, ਜਿਸ ਤਰ੍ਹਾਂ ਦੀ ਜੋ ਇੰਸਟੀਟਿਊਟ ਹੈ ਉਸ ਵਿੱਚ ਜੋ ਵੀ ਐਕਟੀਵਿਟੀਜ਼ ਅਵੇਲੇਬਲ ਹੈ ਉਸ ਨਾਲ ਬੱਚੇ ਨੂੰ ਇੰਗੇਜ ਕਰਾਓ। ਦੈਨ ਫਿਰ ਉਹਨੂੰ ਅਬਜ਼ਰਵ ਕਰੋ, ਆਈਡੈਂਟੀਫਾਈ ਕਰੋ, ਤਾਂ ਉਸ ਤੋਂ ਫਿਰ ਅੱਗੋਂ ਕੁਝ ਕ੍ਰੀਏਸ਼ਨ ਕਰਨ ਦੀ ਕੋਸ਼ਿਸ਼ ਕਰੋ ਕਿ ਹੋਰ ਕਿਹੜੇ ਕਿਹੜੇ ਮਟੀਰੀਅਲਸ ਮੈਂ ਅਵੇਲੇਬਲ ਕਰਵਾ ਸਕਦੀ ਹਾਂ। ਇਹ ਟੀਚਰ ਦਾ ਰੋਲ ਹੈ। ਕਹਿੰਦੇ ਇਫ ਅ ਟੀਚਰ ਇਜ਼ ਅਨਸਕਿਲਡ ਇਨਇਫੈਕਟਿਵ, ਕਹਿੰਦੇ ਇਸ ਨਾਲ ਕੀ ਹੋ ਜਾਂਦਾ ਕਿ ਜਿਹੜੀ ਲਰਨਿੰਗ ਓਪਰਚੁਨਿਟੀਜ਼ ਹੈ ਡਨ ਉਹ ਬੱਚਾ ਖੋ ਜਾਂਦਾ। ਦੈਨ ਲਰਨਿੰਗ ਬਾਈ ਡੂਇੰਗ ਐਨੀ ਪਲੈਜ਼ਰ ਗਿਵਿੰਗ ਐਕਟੀਵਿਟੀ ਇਜ਼ ਪਲੇ ਫॉर them and is central to the child well-being. Play stimulates curiosity, exploration and leads to mastery of the body controls, encourage the creativity, social skills and develop the emotional balance and language skills। ਜੋ ਆਪਾਂ ਉੱਪਰ ਪੜ੍ਹਿਆ ਕਿ ਉੱਚ ਲੈਂਗੁਏਜ ਸਕਿੱਲਸ ਵੱਜਦੀਆਂ, ਇਮੋਸ਼ਨਲ ਬੈਲੈਂਸ ਹੋ ਜਾਂਦਾ ਬੱਚਾ। ਡਮ ਸਮਝ ਗਏ, ਕਿਉਂਕਿ ਸਪੋਜ਼ ਕਰੋ ਇਮੋਸ਼ਨਲ ਬੈਲੈਂਸ ਕਿਵੇਂ ਹੋਏਗਾ, ਇਮੋਸ਼ਨਲ ਬੈਲੈਂਸ ਦਾ ਬੱਚਾ ਇਹ ਹੋ ਜਾਏਗਾ ਕਿ ਸਪੋਜ਼ ਕਰੋ ਕੀ ਨਾਮ ਹੈ, ਸ਼ੇਅਰਿੰਗ ਦੀ ਭਾਵਨਾ ਜਦੋਂ ਬੱਚੇ ਹੈਗੀ ਨਾ, ਬੱਚੇ 'ਚ ਇਮੋਸ਼ਨਲੀ ਆਪੇ ਡਿਵੈਲਪ ਹੋ ਜਾਏਗਾ। ਕਿਵੇਂ ਹੋ ਜਾਏਗਾ ਕਿ ਮਤਲਬ ਉਸਨੂੰ ਕਿਸੇ ਚੀਜ਼ ਦੀ ਟਰਨ ਲੇਟ ਮਿਲ ਰਹੀ ਹੈ, ਉਸਨੂੰ ਪਹਿਲੇ ਮਿਲੇਗੀ। ਦੈਨ ਜਦੋਂ ਬੱਚਾ ਇਸ ਚੀਜ਼ ਦੀ ਅੰਡਰਸਟੈਂਡਿੰਗ ਨੂੰ ਸਮਝ ਜਾਂਦਾ ਕਿ ਉਸਨੂੰ ਕਿਉਂ ਪਹਿਲੇ ਮਿਲ ਰਹੀ ਹੈ, ਕਿਉਂਕਿ ਉਹ ਡਿਸੇਬਲਡ ਹੈ। ਦੈਨ ਉਸਨੂੰ ਅੱਗੇ ਰੱਖਣਾ ਬਹੁਤ ਜ਼ਰੂਰੀ ਹੈ। ਦੈਨ ਕਿਉਂਕਿ ਉਹ ਸਾਡੇ ਇਕੁਅਲ ਨਹੀਂ ਹੈ ਫਿਲਹਾਲ, ਮਤਲਬ ਕਿ ਫਿਜ਼ੀਕਲੀ ਇਕੁਅਲ ਨਹੀਂ ਹੈ ਨਾ, ਤਾਂ ਇਸ ਤਰ੍ਹਾਂ ਨਾਲ ਕੀ ਹੁੰਦਾ ਕਿ ਉਹ ਇਮੋਸ਼ਨਲ ਡਿਵੈਲਪ ਹੋ ਜਾਂਦਾ, ਬੱਚਾ ਆਪਣੇ ਇਮੋਸ਼ਨਸ ਨੂੰ ਕੰਟਰੋਲ ਕਰਦਾ ਹੈ। ਦੈਨ ਫੋਰ ਐਗਜ਼ਾਮਪਲ ਹੋਰ ਕੀ ਹੋ ਸਕਦਾ ਹੈ ਕਿ ਮਤਲਬ ਕਿਸੇ ਬੱਚੇ ਨੂੰ ਉਸਨੂੰ ਕੁਝ ਕਹਿ ਤਾ, ਡਨ ਕੁਝ ਉਸ ਬੱਚੇ ਨੂੰ ਕਹਿ ਤਾ ਜਿਹਦੇ ਨਾਲ ਉਹ ਡੀਮੋਟੀਵੇਟ ਹੋ ਜਾਂਦਾ, ਤਾਂ ਬੱਚੇ ਨੂੰ ਐਸੀ ਪਲੇ ਐਕਟੀਵਿਟੀ 'ਚ ਪਾਓ, ਇਸ ਤਰ੍ਹਾਂ ਦੇ ਟਾਸਕ ਦਿਓ, ਇਸ ਤਰ੍ਹਾਂ ਦੇ ਰੋਲ ਦਿਓ ਜਿਹਦਾ ਰਿਜ਼ਲਟ ਕੀ ਨਿਕਲੇ ਕਿ ਬੱਚੇ ਨੂੰ ਕਦੀ ਹਾਰ ਨਹੀਂ ਮੰਨਣੀ ਚਾਹੀਦੀ, ਬੱਚੇ ਨੂੰ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ, ਬੱਚੇ ਨੂੰ ਕਿਸੇ ਚੀਜ਼ ਨੂੰ ਲੈ ਕੇ ਜ਼ਿਆਦਾ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ, ਹਮੇਸ਼ਾ ਆਪਣੇ ਫੋਕਸ ਰੱਖਣਾ ਚਾਹੀਦਾ। ਇਸ ਨਾਲ ਕੀ ਹੈ, ਉਹਦੀ ਇਮੋਸ਼ਨਲ ਡਿਵੈਲਪਮੈਂਟ ਹੁੰਦੀ ਹੈ। ਕੋਈ ਵੀ ਕੁਝ ਕਹਿ ਦੇ ਉਹ ਆਪਣੇ ਫੋਕਸ ਤੋਂ ਨਹੀਂ ਹਿਲਦਾ। ਸਮਝ ਗਏ। ਹੁਣ ਤੀਜੀ ਗੱਲ ਕਰਦੇ ਹਾਂ ਆਪਾਂ। ਹੁਣ ਆਪਾਂ ਨੇ ਦੇਖ ਲਿਆ ਕੀ ਨਾਮ ਹੈ, ਪਲੇ ਬੇਸ ਦੇਖ ਲਿਆ। ਪਲੇ ਬੇਸ ਤੁਹਾਨੂੰ ਮੈਂ ਆਲਰੇਡੀ ਪਿਛਲੇ ਲੈਕਚਰ ਸਮਝਾ ਚੁੱਕਾ, ਸਮਝ ਗਏ। ਬਸ ਉਸਦੇ ਨਾਲ ਤੁਸੀਂ ਲਿੰਕ ਕਰ ਸਕਦੇ ਹੋ। ਐਕਟੀਵਿਟੀ ਬੇਸ ਕਿਆ ਹੁੰਦਾ, ਡਨ ਇਹ ਵੀ ਉਸ ਨਾਲ ਜੋ ਮੈਂ ਤੁਹਾਨੂੰ ਪਲੇ ਸਮਝਾਇਆ ਸੀ, ਉਸ ਤੋਂ ਬਾਅਦ ਤੁਹਾਨੂੰ ਐਕਟੀਵਿਟੀ ਬਾਰੇ ਵੀ ਦੱਸਿਆ ਸੀ। ਡਨ ਔਰ ਨੋਰਮਲੀ ਪੜ੍ਹ ਲੈਂਦੇ ਆਪਾਂ। ਕਹਿੰਦਾ ਦ ਪ੍ਰਾਇਮਰੀ ਬਿਲੀਫ ਆਫ ਐਕਟੀਵਿਟੀ ਬੇਸ ਅਪਰੋਚ ਇਜ਼ ਦੈਟ ਚਿਲਡਰਨ ਲਰਨ ਥਰੂ ਦਾ ਪਾਰਟੀਸਪੇਸ਼ਨ ਇਨ ਦ ਐਕਟੀਵਿਟੀਜ਼, ਜਿਵੇਂ ਮਿਊਜ਼ਿਕ ਐਕਟੀਵਿਟੀਜ਼ ਹੋ ਗਈਆਂ, ਡਨ ਆਊਟਡੋਰ ਐਕਟੀਵਿਟੀਜ਼ ਹੋ ਗਈਆਂ, ਇਨਡੋਰ ਐਕਟੀਵਿਟੀਜ਼ ਹੋ ਗਈਆਂ, ਬਹੁਤ ਤਰ੍ਹਾਂ ਦੀ ਐਕਟੀਵਿਟੀਜ਼ ਹੋ ਗਈਆਂ ਜਿਸ ਵਿੱਚ ਬੱਚੇ ਨੂੰ ਮਤਲਬ ਇੰਗੇਜ ਕਰਾਉਣਾ ਬਹੁਤ ਜ਼ਰੂਰੀ ਹੈ। ਦੈਨ ਇਸ ਬਾਰੇ ਵਿੱਚ ਤੁਹਾਨੂੰ ਮੈਂ ਪਿਛਲੇ ਸਟੋਰੀ ਟੈਲਿੰਗ, ਮੈਂ ਕਹਿੰਦਾ ਇਨਡੋਰ ਪਲੇ ਹੋ ਗਿਆ, ਆਊਟਡੋਰ ਪਲੇ ਹੋ ਗਿਆ, ਸਟੋਰੀ ਟੈਲਿੰਗ, ਆਰਟ, ਮਿਊਜ਼ਿਕ, ਇਸ ਤਰ੍ਹਾਂ ਦੀ ਐਕਟੀਵਿਟੀਜ਼ ਪਾਉਣਾ ਬੱਚੇ ਨਾਲ। ਉਸ ਨਾਲ ਨਾ ਬੱਚੇ ਦੀ ਜਿਹੜੀ ਮਤਲਬ ਕਿਊਰੀਓਸਿਟੀ ਹੈ, ਕਿਊਰੀਓਸਿਟੀ ਦੀ ਭਾਵਨਾ ਵੱਧ ਜਾਂਦੀ ਹੈ। ਹੁਣ ਜਿਵੇਂ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਤੁਹਾਨੂੰ ਮੈਂ ਦੱਸਦਾ, ਤੁਹਾਡੇ ਕੋਲ ਮੋਬਾਈਲ ਨਾ ਹੋਵੇ, ਤੁਹਾਡੀ ਕਿਊਰੀਓਸਿਟੀ ਵਧੇਗੀ। ਤੁਹਾਨੂੰ ਮੋਬਾਈਲ ਦੀ ਜਗ੍ਹਾ ਨਾ ਬੁੱਕ ਫੜਾ ਦਿੱਤੀ ਜਾਵੇ ਕਿ ਕਿਸੇ ਇੰਸਪਾਇਰ ਕਰਦੀ ਹੈ ਕੋਈ ਬੁੱਕ, ਜਿਵੇਂ ਸਪੋਜ਼ ਕਰੋ ਹੁਣੀ ਆਪਣੀ ਸੋਨੂ ਸੂਦ ਦੀ ਆਈ ਸੀ ਆਈ ਐਮ ਨੋਟ ਮਿਸਾ, ਠੀਕ ਹੈ। ਮੈਂ ਮਿਸਾ ਮਤਲਬ ਮੈਂ ਉਹ ਬੰਦਾ, ਮੈਂ ਹੀਰੋ ਨਹੀਂ ਇੱਕ ਤਰੀਕੇ ਨਾਲ, ਮੈਂ ਉਹ ਐਸਾ ਬੰਦਾ ਨਹੀਂ ਹੈ ਕਿ ਤੁਸੀਂ ਮੈਨੂੰ ਸਮਝ ਰਹੇ ਹੋ। ਉਸ ਤਰ੍ਹਾਂ ਦੀ ਬੁੱਕ ਆਈ ਸੀ ਉਸਦੀ। ਡਨ ਉਹ ਬੱਚਾ ਉਸ ਚੀਜ਼ ਨੂੰ ਪੜ੍ਹਨ ਨੂੰ ਕੋਸ਼ਿਸ਼ ਕਰੇਗਾ।
ਤੁਸੀਂ ਖੁਦ ਹੀ ਲਾ ਲਓ, ਠੀਕ ਹੈ। ਤੁਹਾਡੇ 'ਚੋਂ ਕਈ ਬੱਚੇ ਕਰ ਸਕਦੇ, ਮੈਂ ਨਹੀਂ ਕਹਿ ਰਿਹਾ ਨਹੀਂ ਕਰ ਸਕਦੇ, ਹਰੇਕ ਬੱਚਾ ਤਾਂ ਨਹੀਂ ਕਰੇਗਾ ਨਾ। ਤੁਹਾਨੂੰ ਵੀ ਪਤਾ ਹੀ ਹੈ, ਅੰਡਰਸਟੈਂਡਿੰਗ ਤੁਹਾਡੇ ਵਿੱਚ ਕਿ ਬੱਚਾ ਮੋਬਾਈਲ ਨੂੰ ਲੈ ਕੇ ਜ਼ਿਆਦਾ ਉਹਦਾ ਧਿਆਨ ਹੈ, ਕਿ ਉਹਦਾ ਜਿਹੜਾ ਸਾਰਾ ਫੋਕਸ ਹੈ ਨਾ ਮੋਬਾਈਲ ਵੱਲ ਚਲਾ ਗਿਆ, ਕਿ ਇਹ ਮੈਨੂੰ ਸਭ ਕੁਝ ਦੇਗਾ, ਇਹ ਮੈਨੂੰ ਮੇਰੀ ਕਿਉਰਿਓਸਿਟੀ ਜਗਾਏਗਾ, ਇਹ ਮੇਰੀ ਲਰਨਿੰਗ ਸਕਿੱਲਸ ਵਧਾਏਗਾ, ਸਭ ਕੁਝ ਇਹੀ ਕਰੇਗਾ। ਯਾਨੀ ਕਿ ਮੈਨੂੰ ਖੁਦ ਨੂੰ ਕਰਨ ਦੀ ਕੋਈ ਲੋੜ ਨਹੀਂ। ਜੇ ਮੇਰੇ ਸਾਹਮਣੇ ਇਹ ਨਹੀਂ ਹੋਏਗਾ ਤਾਂ ਮੇਰੀ ਲਾਈਫ ਕੀ ਹੈ, ਮੇਰੀ ਲਾਈਫ ਖਤਮ ਹੈ, ਮੇਰੀ ਲਾਈਫ ਡਨ। ਪ੍ਰੋਜੈਕਟ ਐਂਡ ਇਨਕੁਆਇਰੀ ਬੇਸ ਅਪਰੋਚ, ਇਸ 'ਚ ਕੀ ਹੁੰਦਾ, ਕਹਿੰਦੇ ਪ੍ਰੋਜੈਕਟ ਐਂਡ ਇਨਕੁਆਇਰੀ ਬੇਸ ਅਪਰੋਚ ਇਸ ਇਨਵੈਸਟੀਗੇਸ਼ਨ, ਠੀਕ ਹੈ। ਇਸ ਤਰ੍ਹਾਂ ਦੀ ਐਕਟੀਵਿਟੀਜ਼ ਇਨ ਡੈਪਥ ਸਟੱਡੀ ਦਾ ਸਮਝਦੇ ਹੋ, ਮੈਂ ਸਮਝਾਉਣਾ ਤੁਹਾਨੂੰ ਡੈਪਥ ਸਟੱਡੀ ਕਿਆ ਸਿਸਟਮ ਹੁੰਦਾ। ਕਿ ਕਿਸੇ ਹਾਲੇ ਤਾਂ ਚਲੋ ਮੈਂ ਇਸ ਨੂੰ ਮੈਂ ਨਾ ਬੱਚਿਆਂ ਦੇ ਤਰੀਕੇ ਤੋਂ ਪਹਿਲਾਂ ਤੁਹਾਨੂੰ ਵੱਡੇ ਤਰੀਕੇ ਨਾਲ ਸਮਝਾਉਣਾ ਕਿਆ ਹੋ ਸਕਦਾ। ਕੋਵਿਡ ਡਨ, COVID-19 ਕਿਆ ਹੈ, ਡਿਸੀਜ਼ ਹੈ, ਵਾਇਰਸ ਦਾ ਨਾਮ ਹੈ ਡਨ, ਕਿੱਥੋਂ ਪੈਦਾ ਹੋਇਆ, ਕਿੱਥੋਂ ਆਇਆ ਹੈ, ਇਸ ਦੀ ਪਹਿਲੇ ਹਿਸਟਰੀ ਕਿਆ ਸੀ ਡਨ, ਉਸ ਨਾਲ ਉਹਦਾ ਕਿਵੇਂ ਲਿੰਕ ਹੈ ਡਨ, ਹੁਣ ਇਸ ਦੀ ਡਿਵੈਲਪਮੈਂਟ ਕਿਸ ਤਰ੍ਹਾਂ ਹੋਈ ਹੈ ਡਨ, ਸਮਝ ਗਏ। ਉਸ ਵਿੱਚ ਜੋ ਵੀ ਟਰਮਨੋਲੋਜੀ ਹੈ ਡਨ, ਕਿੱਥੋਂ ਆਇਆ ਅਤੇ ਕਿਸ ਪ੍ਰੋਸੈਸ ਕਰਕੇ ਆਇਆ, ਸਮਝ ਗਏ। ਇਹ ਹੋ ਗਈ ਇਸ ਤਰ੍ਹਾਂ ਦੀ ਐਕਟੀਵਿਟੀ, ਠੀਕ ਹੈ। ਉਸ ਨੂੰ ਚਲਦੇ ਆਪਾਂ ਨੂੰ ਵਿੱਚ ਜਿੰਨੇ ਵੀ ਪ੍ਰੋਜੈਕਟਸ ਮਿਲੇ, ਯਾਨੀ ਕਿ ਕੁਝ ਰੋਬੋਟਸ ਬਣੇ, ਕੁਝ ਇਸ ਤਰ੍ਹਾਂ ਦੇ ਡਿਵਾਈਸਿਸ ਬਣੇ ਜਿਹਦੇ ਨਾਲ ਸਕੈਨਿੰਗ ਹੋ ਸਕਦੀ ਹੈ। ਟੈਸਟਿੰਗ 'ਚ ਅਲੱਗ-ਅਲੱਗ ਤਰੀਕੇ ਦੇ ਟੈਸਟਿੰਗ ਡਨ, ਠੀਕ ਹੈ। ਅਲੱਗ-ਅਲੱਗ ਤਰੀਕੇ ਦੀ ਟੈਸਟਿੰਗ, ਕੋਈ ਚੀਜ਼ ਟੈਸਟਿੰਗ ਦੀ ਕਿਸ ਤਰ੍ਹਾਂ ਦੀ ਡਿਵਾਈਸਿਸ ਕਿਸ ਤਰ੍ਹਾਂ ਦੇ ਯੂਜ਼ ਕੀਤੇ ਜਾਂਦੇ ਨੇ, ਅਲੱਗ-ਅਲੱਗ ਤਰੀਕੇ ਦੇ ਡਿਵਾਈਸਿਸ, ਇਹ ਹੋ ਗਈ ਡੈਪਥ ਸਟੱਡੀ ਦੈਨ। ਉਸ ਤੋਂ ਬਾਅਦ ਹੋਰ ਕੀ ਹੋ ਸਕਦਾ, ਪ੍ਰੈਜ਼ੈਂਟਲੀ ਦੁਆਰਾ ਇੱਕ ਕੀ ਨਾਮ ਹੈ, ਕੋਵਿਡ ਵਾਇਰਸ ਨਿਕਲ ਕੇ ਸਾਹਮਣੇ ਆਇਆ, ਮੁਟੇਸ਼ਨ ਕੀ ਹੁੰਦਾ ਦੈਨ, ਉਸ ਬਾਰੇ ਜਾਣਨਾ। ਮੁਟੇਸ਼ਨ ਇੱਕ ਨੋਰਮਲੀ ਸੈਂਸਿਟਿਵ ਅਪਰੋਚ ਹੈ ਜੋ ਸਾਨੂੰ ਨੋਰਮਲੀ ਸਾਡੇ ਬੋਡੀ 'ਚ ਦੇਖਣ ਨੂੰ ਮਿਲਦੀ ਹੈ। ਕਈ ਵਾਰੀ ਕੀ ਹੁੰਦਾ ਕਿ ਤੁਹਾਡੀ ਜਿਹੜੀ ਬੋਡੀ ਹੈ ਨਾ ਜਿਹੜੀ, ਤੁਸੀਂ ਦੇਖਦੇ ਹੋ ਕਿ 2 ਬਾਹਾਂ ਹੋਣੀਆਂ ਚਾਹੀਦੀਆਂ, ਠੀਕ ਹੈ, ਅਤੇ 3 ਬਾਹਾਂ ਹੋ ਜਾਂਦੀਆਂ। ਇੱਕ ਹੀ ਮੁਟੇਸ਼ਨ, ਯਾਨੀ ਕਿ ਕੀ ਨਾਮ ਹੈ, ਸੈੱਲ ਵਿੱਚ ਫਰਕ ਪੈ ਜਾਣਾ, ਸਮਝ ਗਏ। ਮਤਲਬ ਕਿ ਉਹਦੀ ਜਿਹੜੀ ਪ੍ਰੋਸੈਸ ਹੈ ਉਸ ਵਿੱਚ ਬ੍ਰੇਕ ਆ ਜਾਣਾ ਦੈਨ, ਡੈਟ ਇਜ਼ ਅ ਮੁਟੇਸ਼ਨ। ਉਹੀ ਵਾਇਰਸ 'ਚ ਸਾਨੂੰ ਕਈ ਵਾਰ ਦੇਖਣ ਨੂੰ ਮਿਲਦਾ ਦੈਨ, ਉਸ ਦਾ ਕਿੰਨਾ ਖਤਰਾ ਹੈ ਦੈਨ, ਫਿਲਹਾਲ ਕਿਸ ਤਰ੍ਹਾਂ ਚੱਲ ਰਿਹਾ। ਸਟਾਰਟ ਹੈ ਜਿਵੇਂ UK ਤੋਂ ਸਟਾਰਟ ਹੋਇਆ ਕੋਈ ਖਤਰਾ ਦੈਨ, ਇਸ ਮੁਟੇਸ਼ਨ ਨੂੰ ਲੈ ਕੇ ਕਿਵੇਂ ਸਟਾਰਟ ਹੋਇਆ, ਉੱਥੇ ਕਿਵੇਂ ਫਾਇਦਾ ਹੋਇਆ, ਡੈਪਥ ਸਟੱਡੀ ਇਹਨੂੰ ਕਹਿੰਦੇ ਸਟੱਡੀ। ਇਸ ਨੂੰ ਆਪਾਂ ਚਾਈਲਡ ਵਿੱਚ ਲੈ ਜਾਂਦੇ ਹਾਂ। ਚਾਈਲਡ ਵਿੱਚ ਤੁਸੀਂ ਕਿਸ ਤਰ੍ਹਾਂ ਲੈ ਕੇ ਜਾ ਸਕਦੇ ਹੋ, ਚਾਈਲਡ ਵਿੱਚ ਮਿੱਟੀ ਕਿੱਥੋਂ ਆਈ, ਮਿੱਟੀ ਕਿੱਥੋਂ ਇਸਦਾ ਪ੍ਰੋਸੈਸ ਸਟਾਰਟ ਹੋਇਆ ਦੈਨ, ਕਿੰਨਾ ਚੀਜ਼ਾਂ ਦਾ ਪ੍ਰੋਸੈਸ ਸਟਾਰਟ ਹੋਇਆ, ਕਿਸ ਤਰ੍ਹਾਂ ਬਣੀ, ਕਿੰਨੇ ਸਾਲ ਲੱਗੇ, ਇਹਦੀ ਹਿਸਟਰੀ ਕਿਆ ਹੈ ਦੈਨ, ਉਸ ਨੂੰ ਯਾਦ ਕਰਨਾ ਦੈਨ। ਉਸ ਤੋਂ ਬਾਅਦ ਕਿੰਨੇ ਟਾਈਪ ਦੀ ਮਿੱਟੀ ਹੁੰਦੀ ਹੈ, ਕਿਹੜੇ ਟਾਈਪ ਦੀ ਮਿੱਟੀ ਰਾਈਸ ਲਈ ਯੂਜ਼ ਕੀਤੀ ਜਾਂਦੀ ਹੈ ਦੈਨ, ਕਿਹੜੇ ਟਾਈਪ ਦੀ ਮਿੱਟੀ ਵੀਟ ਲਈ ਯੂਜ਼ ਕੀਤੀ ਜਾਂਦੀ ਹੈ, ਡੈਪਥ ਸਟੱਡੀ, ਸਮਝ ਗਏ। ਮਤਲਬ ਕਿ ਨਿੱਕੀ ਬੇਸਿਕ ਚੀਜ਼ਾਂ ਦੇਣੀਆਂ ਬੱਚੇ ਨੂੰ ਦੈਨ। ਇਹ ਤਾਂ ਮੈਂ ਜ਼ਿਆਦਾ ਅੱਗੇ ਲੈ ਗਿਆ, ਨੋਰਮਲੀ ਬੱਚੇ ਨੂੰ ਵੀ ਕੋਈ ਡੈਪਥ ਸਟੱਡੀ ਦੇ ਦਿਓ, ਭਾਵੇਂ ਛੋਟੇ ਪੁਆਇੰਟ 'ਚ ਹੋਵੇ ਤਾਂ ਵੀ ਅੱਛੀ ਗੱਲ ਹੈ। ਇਸ ਤਰ੍ਹਾਂ ਦੀ ਡੈਪਥ ਸਟੱਡੀ ਕਰਵਾਉਣੀ ਬੱਚੇ ਦੀ ਦੈਨ, ਮਤਲਬ ਕਿ ਕੋਈ ਪ੍ਰੋਜੈਕਟ ਦੇ ਦੇਣਾ, ਉਹਦੇ ਉੱਪਰ ਬੇਸ ਲਰਨਿੰਗ ਸਕਿੱਲਸ ਪ੍ਰੋਵਾਈਡ ਕਰਨੀਆਂ ਬੱਚੇ ਨੂੰ ਦੈਨ। ਕਿਸੇ ਸਮੋਲ ਗਰੁੱਪ 'ਚ ਉਹਨੂੰ ਵੰਡ ਦੇਣਾ, ਜਿਸ ਵਿੱਚ ਇੱਕ ਪ੍ਰੋਜੈਕਟ ਦੇ ਦਿੱਤਾ, ਕੋਈ ਟੌਪਿਕ, ਮਤਲਬ ਇੱਕ ਪ੍ਰੋਜੈਕਟ ਹੈ ਉਸ 'ਤੇ ਸਬ ਪ੍ਰੋਜੈਕਟਸ ਹੈ, ਮਤਲਬ ਸਬ ਟੌਪਿਕ ਹੈ, ਮਾਫ ਕਰਨਾ, ਇੱਕ ਸਬ ਟੌਪਿਕ ਦਾ ਇੱਕ ਟਾਸਕ ਇਹਨੂੰ ਦੇ ਦਿੱਤਾ, ਤੂੰ ਇਹ ਇਨਫੋਰਮੇਸ਼ਨ ਲੈ ਕੇ ਆਉਣੀ ਹੈ, ਤੂੰ ਇਹ ਇਨਫੋਰਮੇਸ਼ਨ ਲੈ ਕੇ ਆਉਣੀ ਹੈ, ਤੂੰ ਇਹ ਇਨਫੋਰਮੇਸ਼ਨ ਲੈ ਕੇ ਆਉਣੀ ਹੈ, ਤੂੰ ਇਹ ਇਨਫੋਰਮੇਸ਼ਨ ਲੈ, ਭਾਵੇਂ ਇਸ ਵਿੱਚ 4 ਗੱਲਾਂ ਹੀ ਲੈ ਕੇ ਆਵੇ, ਇਹ ਵੀ 4 ਗੱਲਾਂ ਲੈ ਕੇ ਆਵੇ, ਇਹ ਵੀ 4 ਗੱਲਾਂ ਲੈ ਕੇ ਆਵੇ, ਇਹ ਵੀ 4 ਗੱਲਾਂ ਲੈ ਕੇ ਆਵੇ, ਇਹ ਵੀ 4 ਗੱਲਾਂ, ਹੋ ਗਈ ਨਾ 8 4 12 4 16 7 20 ਗੱਲਾਂ ਹੋ ਗਈਆਂ ਨਾ, ਇੱਕ ਪ੍ਰੋਜੈਕਟ ਬਣ ਗਿਆ, ਸਿੰਪਲ ਜੀ ਗੱਲ ਦੈਨ। ਇਨਵੈਸਟੀਗੇਸ਼ਨ ਕਰਨੀ, ਇਨਵੈਸਟੀਗੇਸ਼ਨ ਦਾ ਮਤਲਬ ਕੀ ਹੋ ਗਿਆ ਕਿ ਬੱਚੇ ਨੂੰ, ਮਤਲਬ ਕਿ ਇਨਵੈਸਟੀਗੇਸ਼ਨ ਦਾ ਮਤਲਬ ਕਿ ਤੁਹਾਡਾ ਆਲੇ ਦੁਆਲੇ ਦੇਖੋ ਤੁਹਾਡੇ ਕਿੱਥੇ ਕੂੜਾ ਪਿਆ, ਉਹਦੀ ਇਨਵੈਸਟੀਗੇਸ਼ਨ ਕਰਨੀ। ਨਿੱਕੀ ਗੱਲ ਹੈ ਵੈਸੇ, ਕੂੜਾ ਕਿੱਥੇ ਪਿਆ, ਕਿਤੇ ਪੋਲੂਸ਼ਨ ਫੈਲ ਰਿਹਾ, ਉਹ ਜਗ੍ਹਾਵਾਂ ਲੱਭਣੀਆਂ, ਉਹ ਜਗ੍ਹਾਵਾਂ ਨੋਟ ਕਰਨੀਆਂ ਦੈਨ। ਇਹ ਕੀ ਹੈ, ਇੱਕ ਤਰ੍ਹਾਂ ਦੀ, ਇਸ ਦੇ ਨਾਲ ਕੀ ਹੈ, ਤੁਹਾਡਾ ਆਬਜ਼ਰਵੇਸ਼ਨ ਪਾਵਰ ਵਧੇਗੀ। ਤੁਸੀਂ ਸੜਕ 'ਤੇ ਜਾ ਰਹੇ ਹੋ, ਅੱਜ ਦਾ ਜ਼ਮਾਨਾ ਕੀ ਹੈ, ਅਸੀਂ ਸੜਕ 'ਤੇ ਜਾ ਰਹੇ ਹਾਂ, ਕੂੜਾ ਕਿੱਥੇ ਸੜਦਾ ਪਿਆ, ਕਿੱਥੇ ਕੀ ਹੁੰਦਾ, ਸਾਨੂੰ ਕੋਈ ਲੈਣਾ ਦੇਣਾ ਨਹੀਂ। ਬੱਚੇ ਜੇ ਭਾਵਨਾ ਪਾਣੀ, ਇਸ ਨਾਲ ਉਹਦੀ ਆਬਜ਼ਰਵੇਸ਼ਨ ਪਾਵਰ ਵਧੇਗੀ। ਬੱਚਾ ਸਮਾਜ ਨੂੰ ਦੇਖਣ ਵਕਤ ਉਹ ਕਾਫੀ ਚੀਜ਼ਾਂ ਨੂੰ ਦੇਖ ਸਕਦਾ। ਫਿਰ ਜਦੋਂ ਉਹਦੀ ਜਿਹੜੀ ਇਹ ਚੀਜ਼ ਹੈ, ਉਹਦੀ ਜਿਹੜੀ ਰਾਈਟਿੰਗ ਲੈਵਲ 'ਚ ਹੈ, ਜਦੋਂ ਬੱਚਾ ਲਿਖਦਾ, ਜਦੋਂ ਬੱਚਾ ਲਿਖਣ ਦੀ ਕੋਸ਼ਿਸ਼ ਕਰਦਾ, ਆਪੇ ਆਪ ਉੱਚ ਡਿਵੈਲਪ ਹੁੰਦੀ ਹੈ, ਕਿਸੇ ਟੌਪਿਕ ਨੂੰ ਲੈ ਕੇ ਉਸ ਵਿੱਚ ਆਪਣੀ ਇਨੋਵੇਸ਼ਨ ਵਾੜ ਸਕਦਾ, ਸਮਝ ਗਏ। ਇਸ ਤਰ੍ਹਾਂ ਦੀ ਸਕਿੱਲਸ ਪ੍ਰੋਵਾਈਡ ਕਰਨੀਆਂ ਬਹੁਤ ਜ਼ਰੂਰੀ ਹੈ ਦੈਨ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਟੀਚਰਸ ਆਫਰ some open-ended triggers and then observe the children, listen to their stories, their questions, see how they navigate activity, take a note of the interest level, talk with children decided what they want। ਮਤਲਬ ਜਦੋਂ ਵੀ ਬੱਚਾ ਮਤਲਬ ਕਿ ਓਪਨ ਐਂਡਡ ਗੱਲਾਂ ਚੱਲ ਰਹੀਆਂ, ਉਸ ਵਿੱਚ ਬੱਚੇ ਨੂੰ ਓਬਜ਼ਰਵ ਕਰਨਾ ਜ਼ਰੂਰੀ ਹੈ ਦੈਨ। ਉਹਨਾਂ ਦੀ ਜਿਹੜੀ ਸਟੋਰੀਜ਼ ਆ ਉਹਨਾਂ ਨੂੰ ਸੁਣਨਾ ਜ਼ਰੂਰੀ ਹੈ। ਜੋ ਵੀ ਬੱਚੇ ਨਾਲ ਜੋ ਵੀ ਵਾਪਰਦਾ ਹੈ, ਉੱਥੋਂ ਉਹਨੇ ਕੋਈ ਸਟੋਰੀ ਸੁਣੀ ਹੁੰਦੀ ਹੈ, ਉਸ ਸਟੋਰੀ ਨੂੰ ਲੈ ਕੇ ਉਹ ਕਿਸ ਤਰ੍ਹਾਂ ਦੇ ਐਕਸਪ੍ਰੈਸ਼ਨ ਕ੍ਰੀਏਟ ਕਰਦਾ ਹੈ, ਉਸ ਵਿੱਚ ਕਿਸ ਤਰ੍ਹਾਂ ਦੀ ਕਿਉਰਿਓਸਿਟੀ ਕ੍ਰੀਏਟ ਕਰਦਾ, ਉਸ ਵਿੱਚ ਕਿਹੜੇ ਕੁਐਸਚਨ ਨਿਕਲ ਕੇ ਸਾਹਮਣੇ ਆਉਂਦਾ, ਉਹਨੂੰ ਓਬਜ਼ਰਵ ਕਰਨਾ ਜ਼ਰੂਰੀ ਹੈ। ਉਸ ਨੂੰ ਆਪਾਂ ਨੋਟ ਕਰਨਾ ਜ਼ਰੂਰੀ ਹੈ, ਉਹਦੇ ਇੰਟਰਸਟ ਲੈਵਲ ਨੂੰ ਨੋਟ ਕਰਨਾ ਜ਼ਰੂਰੀ ਹੈ ਦੈਨ। ਸਮਝ ਗਏ ਨਾ। ਬਸ ਇਹ ਚੀਜ਼ਾਂ ਸਾਨੂੰ ਇਸ ਵਿੱਚ ਦੇਖਣ ਨੂੰ ਮਿਲਦੀਆਂ। ਕਹਿੰਦੇ ਉਸ ਤੋਂ ਬਾਅਦ ਕਹਿੰਦੇ ਦੀਸ ਐਕਟੀਵਿਟੀਜ਼ ਆਰ ਪ੍ਰੀ ਪਲਾਨਡ ਵੀ ਹੋ ਸਕਦੀ, ਡਿਜ਼ਾਈਨ ਵੀ ਕੀਤਾ, ਮਤਲਬ ਕਹਿਣਾ ਹੋ ਸਕਦੀਆਂ, ਮੈਂ ਜ਼ਿਆਦਾਤਰ ਡਿਜ਼ਾਈਨ ਨਹੀਂ ਹੁੰਦੀਆਂ
ਜ਼ਿਆਦਾਤਰ ਇਹ ਪ੍ਰੀ ਪਲਾਨ ਡਿਜ਼ਾਈਨ ਨਹੀਂ ਹੁੰਦੀਆਂ, ਜ਼ਿਆਦਾਤਰ ਮਤਲਬ ਕਿ ਮਤਲਬ ਨੋਰਮਲੀ ਆਪਾਂ ਦੇਖੀਏ ਮਤਲਬ ਇਨ ਦਾ ਵੇ ਹੀ ਚੱਲਦੀ ਹੈ ਗੱਲ। ਡਨ। ਮਤਲਬ ਟੀਚਰ ਮੇ ਲੋਕੇਟ ਦੀ ਹਾਫ ਆ ਡੇ ਫੋਰ ਦੀ ਪ੍ਰੋਜੈਕਟ ਤੇ ਰਿਮੇਨਿੰਗ ਉਹ ਪਲੇ ਐਕਟੀਵਿਟੀਜ਼ ਕਰਾ ਦਿੰਦਾ। ਕੋਈ ਪ੍ਰੀ ਪਲਾਨਡ ਐਸਾ ਕੁਝ ਨਹੀਂ ਹੁੰਦਾ। ਡਨ। ਇੱਕ ਤਰ੍ਹਾਂ ਦਾ ਐਕਸਪੀਰੀਅੰਸ ਵਿੱਚ ਡਿਸਕਵਰੀ ਫਰੋਮ ਵਨ ਐਕਸਪੀਰੀਅੰਸ ਟੂ ਅਨਦਰ ਵਿੱਚ ਲੈ ਜਾਣਾ ਬਹੁਤ ਜ਼ਰੂਰੀ ਹੈ ਕਿ ਚਿਲਡਰਨ ਐਂਡ ਜਿਹੜੀ ਡਿਸਕਵਰੀਜ਼ ਹੋਣ ਇੱਕ ਐਕਸਪੀਰੀਅੰਸ ਤੋਂ ਦੂਜੇ ਐਕਸਪੀਰੀਅੰਸ ਲੈ ਜਾਣਾ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਅਗਲਾ ਆਪਣਾ ਅਪਰੋਚ ਆ ਜਾਂਦੀ ਹੈ ਐਮਰਜੈਂਟ ਕਰਿਕੂਲਮ। ਇਸ ਦਾ ਕੀ ਮਤਲਬ ਹੋਇਆ? ਕਹਿੰਦੇ ਐਮਰਜੈਂਟ ਕਰਿਕੂਲਮ ਇਜ਼ ਦਾ ਡਿਫਾਈਨਡ ਐਜ਼ ਅ ਪ੍ਰੋਸੈਸ ਵੇਅਰ ਟੀਚਰ ਪਲਾਨ ਐਕਟੀਵਿਟੀਜ਼ ਐਂਡ ਪ੍ਰੋਜੈਕਟ ਬੇਸਡ ਔਨ ਦ ਸਪੈਸੀਫਿਕ ਗਰੁੱਪ ਆਫ ਚਿਲਡਰਨ ਦੇ ਆਰ ਵਰਕਿੰਗ ਵਿਦ ਟੇਕਿੰਗ ਇਨਟੂ ਦ ਅਕਾਊਂਟਿੰਗ ਦੇਅਰ ਸਕਿੱਲਸ ਨੀਡਸ ਐਂਡ ਇੰਟਰਸਟ। ਪਹਿਲਾਂ ਤਾਂ ਇਹ ਪ੍ਰੀ ਪਲਾਨ ਸੀ, ਠੀਕ ਹੈ, ਮਤਲਬ ਕਹਿਣ ਦਾ ਪ੍ਰੀ ਪਲਾਨ ਨਹੀਂ ਕੀਤਾ ਗਿਆ ਸੀ ਉੱਪਰਲੀ ਅਪਰੋਚ ਵਿੱਚ, ਜਿਹੜੀ ਆਪਾਂ ਇਨਵੈਸਟੀਗੇਸ਼ਨ ਅਪਰੋਚ ਅਤੇ ਪ੍ਰੋਜੈਕਟ ਅਪਰੋਚ। ਬਟ ਇਸ ਵਿੱਚ ਕਿਆ ਹੈ, ਇਸ ਵਿੱਚ ਆਪਾਂ ਪਲਾਨ ਕਰ ਰਹੇ ਹਾਂ। ਦੈਨ ਇੱਕ ਸਪੈਸ਼ਲ ਸਕਿੱਲ ਨੂੰ ਆਪਾਂ ਇੰਟੀਗ੍ਰੇਟ ਕਰ ਰਹੇ ਹਾਂ। ਉਸ ਵਿੱਚ ਵਧੇਰੀਆਂ ਸਕਿੱਲਸ ਆ ਸਕਦੀਆਂ, ਥੋੜ੍ਹੀਆਂ ਸਕਿੱਲਸ ਸਾਰੀਆਂ ਜਾ ਸਕਦੀਆਂ। ਇਸ ਵਿੱਚ ਆਪਾਂ ਸਪੈਸ਼ਲ ਸਕਿੱਲਸ ਦੀ ਗੱਲ ਕਰ ਰਹੇ ਹਾਂ। ਦੈਨ ਸਪੈਸ਼ਲ ਨੀਡਸ ਦੀ ਗੱਲ ਕਰ ਰਹੇ ਹਾਂ, ਸਪੈਸ਼ਲ ਇੰਟਰਸਟ ਨੂੰ ਉਜਾਗਰ ਕਰਾਉਣ ਦੀ ਗੱਲ ਕਰ ਰਹੇ ਹਾਂ। ਦੈਨ ਉਹਦੇ ਲਈ ਆਪਾਂ ਪਲਾਨ ਕਰ ਰਹੇ ਹਾਂ ਐਕਟੀਵਿਟੀਜ਼। ਦੈਨ ਐਂਡ ਪ੍ਰੋਜੈਕਟ ਬੇਸ ਔਨ ਦਾ ਸਪੈਸੀਫਿਕ ਗਰੁੱਪ ਆਫ ਚਿਲਡਰਨ। Teacher should observation plan based the observation of children. Teacher practice emergent curriculum also utilize their reflective practice taking time to reflect and act on the observation of children। ਬਸ ਉਹੀ ਗੱਲ ਪਲਾਨ ਕਰਕੇ ਉਸ ਦੀ ਐਕਟੀਵਿਟੀਜ਼ ਨੂੰ ਸਪੈਸੀਫਿਕ ਆਬਜੈਕਟਿਵ ਜਦੋਂ ਕਲੀਅਰ ਹੋ ਗਿਆ, ਜਿਹੜਾ ਉਹ ਸਪੈਸੀਫਿਕ ਆਬਜੈਕਟਿਵ ਹੋਏਗਾ ਨਾ ਉਹ ਸਾਡੇ ਕਰਿਕੂਲਮ 'ਚ ਆਲਰੇਡੀ ਦਿੱਤਾ ਹੁੰਦਾ ਹੈ। ਜਿਵੇਂ ਮੈਂ ਤੁਹਾਨੂੰ ਪਿਛਲੇ ਲੈਕਚਰ 'ਚ ਕਰਾਇਆ ਸੀ ਨਾ, ਪਿਛਲੇ ਲੈਕਚਰ ਯਾਦ ਹੋਏਗਾ ਜਿਸ ਤੁਹਾਨੂੰ ਮੈਂ ਕਿਹਾ ਸੀ ਕਿ ਇਹ ਆਊਟਕਮਸ ਨਿਕਲ ਕੇ ਆਉਣਗੇ। ਉਸ ਆਊਟਕਮਸ ਨੂੰ ਨਿਕਾਲਣ ਲਈ ਐਮਰਜੈਂਟ ਕਰਿਕੂਲਮ ਦਾ ਸਹਾਰਾ ਲਿੱਤਾ ਜਾਂਦਾ ਹੈ। ਸਮਝ ਗਏ? ਉਸ ਤੋਂ ਬਾਅਦ ਇੰਟੀਗ੍ਰੇਟਿਵ ਅਪਰੋਚ। ਡਨ। ਬਾਕੀ ਇਸ ਵਿੱਚ ਜੇ ਆਪਾਂ ਗੱਲ ਕਰੀਏ ਕਿ ਅਲੱਗ-ਅਲੱਗ ਅਪਰੋਚਿਸ ਨੇ ਤਾਂ ਇਹਨੂੰ ਇੰਟੀਗ੍ਰੇਟ ਕੀਤਾ ਜਾ ਸਕਦਾ ਤਾਂ ਕਿ ਬੈਲੈਂਸ ਪ੍ਰੀ ਸਕੂਲ ਪ੍ਰੋਗਰਾਮ ਨਿਕਾਲ ਕੇ ਸਾਹਮਣੇ ਆ ਸਕਦਾ। ਸਮਝ ਗਏ? ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਇਸ ਵਿੱਚ ਜਿਵੇਂ ਆਪਾਂ ਵੀਕਲੀ ਪਲਾਨ ਬਣਾ ਲਈ ਐਕਟੀਵਿਟੀਜ਼ ਦਾ ਬਾਈ ਇੰਟੀਗ੍ਰੇਟਿਡ ਡਿਫਰੈਂਟ ਅਪਰੋਚ ਐਂਡ ਨੈਕਸਟ, ਮਤਲਬ ਅਲੱਗ-ਅਲੱਗ ਐਕਟੀਵਿਟੀਜ਼ ਨੂੰ ਆਪਾਂ ਡਿਫਰੈਂਟ ਤਰੀਕੇ ਨਾਲ ਇੱਕ ਦੂਜੇ ਨਾਲ ਲਿੰਕ ਬਣਾ ਕੇ ਇੱਕ ਐਕਟੀਵਿਟੀਜ਼ ਨਿਕਾਲ ਕੇ ਸਾਹਮਣੇ ਆ ਸਕਦੇ ਹਾਂ। ਉਸ ਤੋਂ ਬਾਅਦ ਪਲੈਨਿੰਗ ਐਂਡ ਟ੍ਰਾਂਜੈਕਸ਼ਨ ਆਫ ਦੀ ਪ੍ਰੀ ਸਕੂਲ ਕਰਿਕੂਲਮ। ਪਲੈਨਿੰਗ ਇਜ਼ ਦ ਇੰਪੋਰਟੈਂਟ for implementing the curriculum. Systematic and good planning leads to effective transaction of the curriculum. Activities of the curriculum need to be drawn up and transacted keeping in the mind of objectives। ਮਤਲਬ ਕਿ ਪਲੈਨਿੰਗ ਅੱਛੀ ਗੱਲ ਹੈ ਕਿ ਤੁਸੀਂ ਜਦੋਂ ਕਰਿਕੂਲਮ ਦੇਖ ਲਿਆ ਤੁਹਾਨੂੰ ਮੈਂ ਥਰਡ ਲੈਕਚਰ ਦੱਸਿਆ ਸੀ, ਫੋਰਥ ਲੈਕਚਰ ਵਿੱਚ ਤੁਹਾਨੂੰ ਕਰਿਕੂਲਮ ਬਾਰੇ ਦੱਸਿਆ ਸੀ, ਤਾਂ ਉਸ ਵਿੱਚ ਤੁਹਾਨੂੰ ਮੈਂ ਆਪੇ ਹੀ ਦੱਸਤਾ ਸੀ ਕਿ ਇਸ ਵਿੱਚ ਇਹ ਆਬਜੈਕਟਿਵਸ ਹਨ। ਤਾਂ ਉਸ ਲਈ ਪਲੈਨਿੰਗ ਕਰਨੀ ਅੱਛੀ ਗੱਲ ਹੈ ਜਿਸ ਨਾਲ ਆਪਾਂ ਉਸ ਕਰਿਕੂਲਮ ਨੂੰ ਅਚੀਵ ਕਰ ਸਕਦੇ ਹਾਂ। ਉਸ ਵਿੱਚ ਜੋ ਵੀ ਗੱਲਾਂ ਕਰੀਆਂ ਉਸ ਨੂੰ ਆਪਾਂ ਅਚੀਵ ਕਰ ਸਕਦੇ ਹਾਂ। ਸਮਝ ਗਏ? ਮਤਲਬ ਇਹ ਧਿਆਨ ਰੱਖਣਾ ਕਿ ਜੋ ਵੀ ਐਕਟੀਵਿਟੀਜ਼ ਹੋਣਗੀਆਂ ਉਹਦਾ ਕੁਝ ਪਰਪਸ ਹੋਣਾ ਚਾਹੀਦਾ, ਉਹਦਾ ਕੁਝ ਆਬਜੈਕਟਿਵ ਹੋਣਾ ਚਾਹੀਦਾ ਅਤੇ ਉਸ ਵਿੱਚ ਕੁਝ ਰਿਜ਼ਲਟ ਨਿਕਲ ਕੇ ਆਉਣੇ ਬਹੁਤ ਜ਼ਰੂਰੀ ਹੈ। ਡਨ। ਕਹਿੰਦੇ ਇਟ ਸ਼ੁੱਡ ਬੀ ਇਨੋਵੇਟਿਵ ਹੋਵੇ, ਫਲੈਕਸੀਬਲ ਹੋਵੇ। ਡਨ। ਜਿਸ ਤਰ੍ਹਾਂ ਦੀ ਨੀਡ ਹੈ, ਜਿਸ ਤਰ੍ਹਾਂ ਦਾ ਇੰਟਰਸਟ ਹੈ, ਜਿਸ ਤਰ੍ਹਾਂ ਦੀ ਸਿਚੁਏਸ਼ਨ ਹੈ, ਇਹ ਨਹੀਂ ਹੈ ਕਿ ਕਰਿਕੂਲਮ 'ਚ ਜਿਵੇਂ ਲਿਖਿਆ ਉਸ ਤਰ੍ਹਾਂ ਚੱਲਣ ਲੱਗ ਜਾਣਾ। ਉਸ ਵਿੱਚ ਫਲੈਕਸੀਬਿਲਿਟੀ ਤੁਸੀਂ ਦੇਖ ਸਕਦੇ ਹੋ, ਇਨੋਵੇਸ਼ਨ ਦੇਖ ਸਕਦੇ ਹੋ, ਉਸ ਤਰੀਕੇ ਨਾਲ ਆਪਣੇ ਆਪ ਨੂੰ ਫਲੈਕਸੀਬਲ ਕਰ ਸਕਦੇ ਹੋ। ਭਾਵੇਂ ਉਹ ਕਰਿਕੂਲਮ ਵਿੱਚੋਂ ਕੁਝ ਵੀ ਆਬਜੈਕਟਿਵ ਅਚੀਵ ਹੋਏ ਮਗਰ ਹੋਣਾ ਜ਼ਰੂਰੀ ਹੈ, ਮਗਰ ਉਸ ਵਿੱਚ ਬੱਚੇ ਨੂੰ ਲੈ ਕੇ ਬੱਚੇ ਨੂੰ ਤਕਲੀਫ ਨਹੀਂ ਦੇਣੀ ਆਪਾਂ ਨੇ। ਡਨ। ਸਮਝ ਗਏ? ਬਸ ਇਹ ਚੀਜ਼ਾਂ ਆਪਾਂ ਨੂੰ ਵਿੱਚ ਦੇਖਣ ਨੂੰ ਮਿਲਦੀਆਂ। ਉਸ ਤੋਂ ਬਾਅਦ ਇਹ ਅੱਗੇ ਕੁਝ ਪੁਆਇੰਟਸ ਹੈ। ਦੈਨ ਇਹ ਪੁਆਇੰਟਸ ਤੁਹਾਡੇ ਲਈ ਮੈਂ ਛੱਡ ਰਿਹਾ। ਦੈਨ ਓਕੇ, ਇਹ ਮੈਨੂੰ ਇਹ ਸੀ ਕਿ ਤੁਹਾਡੇ ਲਈ ਵੀ ਹੋਮਵਰਕ ਹੋਣਾ ਚਾਹੀਦਾ ਕਿ ਫੋਲੋਇੰਗ ਪੁਆਇੰਟ ਮਸਟ ਇਨ ਕੈਪਟ ਇਨ ਮਾਈਂਡ ਵਾਈਲ ਟ੍ਰਾਂਜੈਕਟਿੰਗ ਦੀ ਪ੍ਰੀ ਸਕੂਲਿੰਗ। ਕੀ ਪੁਆਇੰਟਸ ਨੂੰ ਧਿਆਨ 'ਚ ਰੱਖਣਾ ਚਾਹੀਦਾ। ਦੈਨ ਇਹ ਤੁਹਾਡੇ ਲਈ ਹੋਮਵਰਕ ਹੈ। ਓਕੇ, ਮੈਨੂੰ ਹੁੰਦਾ ਕਿ ਤੁਸੀਂ ਵੀ ਆਪਣੀ ਕੰਟਰੀਬਿਊਸ਼ਨ ਦੇਵੋ, ਤੁਸੀਂ ਵੀ ਸਮਝੋ ਗੱਲ ਨੂੰ। ਜੇ ਮੈਂ ਇਕੱਲਾ ਪੜ੍ਹਾਈ ਗਿਆ ਫਾਇਦਾ ਕੀ ਹੋਇਆ? ਇਹ ਤੁਹਾਡੇ ਲਈ ਕੀ ਹੈ, ਇਹ ਸਾਰਾ ਤੁਹਾਨੂੰ ਖੁਦ ਪੜ੍ਹਨਾ ਹੈ। ਪੜ੍ਹੋਗੇ ਨਾ, ਇਹ ਸਾਰਾ ਪੜ੍ਹਨਾ ਤੁਹਾਨੂੰ, ਇਹ ਸਾਰਾ ਕੁਛ ਨਹੀਂ ਹੈ। ਜਿੰਨਾ ਮੈਂ ਤੁਹਾਨੂੰ ਪੜ੍ਹਾਇਆ ਨਾ ਬਸ ਉਹੀ ਹੈ ਸਾਰਾ। ਮੈਂ ਜਿੰਨਾ ਤੁਹਾਨੂੰ ਪੜ੍ਹਾਤਾ ਉਸ ਨੂੰ ਲੈ ਕੇ ਸਾਰੀ ਗੱਲਾਂ ਨੇ, ਇਹ ਤੁਹਾਨੂੰ ਖੁਦ ਪੜ੍ਹਨੀਆਂ ਨੇ। ਤੁਹਾਡੇ ਲਈ ਹੋਮਵਰਕ। ਜੇ ਨਹੀਂ ਸਮਝ ਆਇਆ ਮੈਂ 100% ਸਮਝਾਵਾਂਗਾ, ਮਗਰ ਤੁਹਾਡੇ ਲਈ ਮੈਂ ਜਿੰਨਾ ਮੈਂ ਤੁਹਾਨੂੰ ਪੜ੍ਹਾਇਆ ਨਾ ਬਸ ਉਸ ਨੂੰ ਲੈ ਕੇ ਅੱਗੇ ਉਸਦੇ ਆਊਟਕਮਸ ਹੈ, ਕਿਆ ਚੀਜ਼ਾਂ ਕਿਸ ਤਰ੍ਹਾਂ ਹੋਣਗੀਆਂ, ਕਿਵੇਂ ਹੋਣਗੀਆਂ। ਜਿਸ ਵਿੱਚ ਕੋਈ ਟਰਮਨੋਲੋਜੀ ਨਾ ਸਮਝ ਆਏ ਮੈਨੂੰ ਜ਼ਰੂਰ ਪੁੱਛਣਾ। ਠੀਕ ਹੈ, ਥੈਂਕ ਯੂ।